ਜਿਹੜੇ ਅਨੁਸੂਚਿਤ ਜਾਤੀਆਂ ਨਾਲ ਮੁੱਦੇ ਨੇ ਉਹਨਾਂ ਮੁੱਦਿਆਂ ਦੀ ਕਦੇ ਚਰਚਾ ਨਹੀਂ ਹੁੰਦੀ। ਅਸੀਂ ਵਿਧਾਨ ਸਭਾ ਦੇ ਵਿੱਚ ਵੀ ਵੇਖਦੇ ਹਾਂ ਤੇ ਵਿਧਾਨ ਸਭਾ ਤੋਂ ਬਾਹਰ ਵੀ ਅਨਿਆਏ, ਅਤਿਆਚਾਰ, ਧੱਕਾ, ਇਹਨਾਂ ਦੇ ਅਧਿਕਾਰਾਂ ਦੀ ਗੱਲ, ਇਹਨਾਂ ਦੇ ਸਵੈਮਾਨ ਦੀ ਗੱਲ, ਇਹਨਾਂ ਦੀ ਡਿਗਨਿਟੀ ਦੀ ਗੱਲ, ਇਹਨਾਂ ਦੇ ਆਤਮ ਨਿਰਭਰ ਦੀ ਗੱਲ ਹੈ। ਉੱਥੇ ਅਸੀਂ ਦੇਖਦੇ ਹਾਂ ਕਿ ਪੋਲੀਟੀਕਲ ਪਾਰਟੀਆਂ ਤੇ ਜਿਹੜੇ ਅਨੁਸੂਚਿਤ ਜਾਤੀ ਵਰਗ ਦੇ ਵਿਧਾਇਕ ਨੇ ਉਹ ਹਾਸ਼ੀਏ ਤੇ ਨੇ ਔਰ ਉਹਨਾਂ ਦੀ ਉੱਥੇ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਹੈ। ਸ਼ਮਸ਼ੇਰ ਸਿੰਘ ਜੀ ਦੁੱਲੋਂ ਬੜੀ ਬੇਬਾਕੀ ਨਾਲ ਬੋਲਦੇ ਨੇ, ਲੇਕਿਨ ਜਿਸ ਤਰੀਕੇ ਨਾਲ ਉਹ ਕਾਂਗਰਸ ਦੇ ਵਿੱਚ ਹਾਸ਼ੀਏ ਤੇ ਨੇ ਉਹ ਸਾਰਿਆਂ ਨੂੰ ਸਭ ਨੂੰ ਪਤਾ ਹੈ ਕਿ ਉਹਨਾਂ ਦੀ ਕੋਈ ਗੱਲ ਨੂੰ ਸੁਣਵਾਈ ਨਹੀਂ ਹੁੰਦੀ। ਈਵਨ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਅੱਜ ਤੱਕ 4 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸਰਕਾਰ ਬਣੀ ਨੂੰ, ਇੱਕ ਵਾਰ ਵੀ ਮਿਲਣ ਦਾ ਉਹਨਾਂ ਨੂੰ ਮੌਕਾ ਨਹੀਂ ਦਿੱਤਾ। ਭਾਰਤ ਦੇ ਵਿੱਚ ਅੱਜ 74 ਸਾਲ ਪੂਰੇ ਹੋਣ ਜਾ ਰਹੇ ਨੇ। ਅਸੀਂ ਉਹਦੇ ਵਿੱਚ ਦੇਖਦੇ ਹਾਂ ਕਿ ਉਸ ਵਰਗ ਨੂੰ ਜਿਹੜਾ ਇੱਕ ਬਹੁਤ ਵੱਡਾ ਵਰਗ ਪੰਜਾਬ ਦੇ ਵਿੱਚ ਹੈ ਔਰ ਜਿਨ੍ਹਾਂ ਦੀ 1/3 ਤੋਂ ਵੀ ਵੱਧ ਜਿਹੜੀ ਪਾਪੂਲੇਸ਼ਨ ਹੈ, ਉਹਨਾਂ ਨੂੰ ਨਾ ਤਾਂ ਅੱਜ ਤੱਕ ਉਹਨਾਂ ਦੀ ਹਿਫਾਜ਼ਤ ਕੀਤੀ ਜਾ ਸਕੀ ਹੈ ਤੇ ਨਾ ਹੀ ਉਹਨਾਂ ਨੂੰ ਤਾਕਤ ਕਿਸੇ ਰਾਜਨੀਤਿਕ ਦਲ ਨੇ ਦਿੱਤੀ ਹੈ। ਪੰਜਾਬ ਦੇ ਵਿੱਚ ਹੁਣ ਤੱਕ ਜਦੋਂ ਤੋਂ ਪੰਜਾਬੀ ਸੂਬਾ ਬਣਿਆ 11 ਮੁੱਖ ਮੰਤਰੀ ਬਣੇ ਨੇ। 11 ਮੁੱਖ ਮੰਤਰੀਆਂ ਦੇ ਵਿੱਚੋਂ ਸਿਰਫ ਇੱਕ ਮੁੱਖ ਮੰਤਰੀ ਪਛੜੇ ਵਰਗਾਂ ਦੇ ਵਿੱਚੋਂ ਸੀਗੇ ਗਿਆਨੀ ਜੈਲ ਸਿੰਘ ਜੀ। ਜਿਸ ਸਮਾਜ ਦੀ ਇਹਨਾਂ ਨੇ ਅੱਜ ਤੱਕ ਹਿਫਾਜ਼ਤ ਨਹੀਂ ਕੀਤੀ, ਨਾ ਤਾਕਤ ਦਿੱਤੀ ਕਿ ਮੁੱਖ ਮੰਤਰੀ ਦਾ ਅਹੁਦਾ ਦੇਣ ਨਾਲ, ਉਪ ਮੁੱਖ ਮੰਤਰੀ ਬਣਾਉਣ ਨਾਲ ਕੀ ਉਹਨਾਂ ਨੂੰ ਹਿਫਾਜ਼ਤ ਉਹਨਾਂ ਦੇ ਸਮਾਜ ਦੀ ਹੋ ਜਾਏਗੀ। ਅਨੁਸੂਚਿਤ ਜਾਤੀ ਜਿਹੜਾ ਵਰਗ ਹੈ ਉਹ ਲੀਡਰਲੈਸ ਸਮਾਜ ਹੈ। ਅੱਜ ਅਗਰ ਲੀਡਰਲੈਸ ਸਮਾਜ ਦੇ ਵਿੱਚੋਂ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦਾ ਜਿਹੜਾ ਐਲਾਨ ਕੀਤਾ ਜਾ ਰਿਹਾ ਵੱਖੋ ਵੱਖਰੀ ਪੋਲੀਟੀਕਲ ਪਾਰਟੀਆਂ ਤੋਂ, ਸਾਨੂੰ ਇਸ ਤਰ੍ਹਾਂ ਲੱਗਦਾ ਕਿਤੇ ਇਹ ਗੱਲ ਹਾਸੋਹੀਣੀ ਨਾ ਹੋ ਜਾਏ ਔਰ ਇਹਨਾਂ ਦੇ ਨਾਲ ਮਜ਼ਾਕ ਜਿਹਾ ਬਣ ਕੇ ਨਾ ਰਹਿ ਜਾਏ। ਜਾਤੀਵਾਦ ਦੇ ਆਧਾਰ ਤੇ ਜਿਹੜਾ ਤੁਹਾਡਾ ਅੰਕਲਨ ਕੀਤਾ ਜਾਏਗਾ, ਜਿਹੜਾ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਗੱਲ ਕਰੇਗਾ ਉਹ ਬੰਦਾ ਕਦੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਨੂੰ ਜਿਹੜੇ ਨੇ ਉਹ ਗੂੰਗੇ ਬਹਿਰੇ ਲੋਕ ਚਾਹੀਦੇ ਨੇ ਜਿਹੜੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਣ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਆਰ ਐਸ ਫਲਿਪਰੇਟ। ਕਿਸਾਨ ਅੰਦੋਲਨ ਤੇ ਬੇਅਦਬੀ ਦੇ ਮਾਮਲਿਆਂ ਵਿੱਚ ਸੱਤਾ ਰੂਟ ਸਰਕਾਰ ਫੇਲ ਹੋਣ ਤੇ ਜਾਂ ਉਸ ਤੋਂ ਪਹਿਲਾਂ ਰਹੀ ਸਰਕਾਰ ਫੇਲ ਹੋਣ ਤੇ ਪੰਜਾਬ ਦੇ ਲੋਕਾਂ ਵਿੱਚ ਵੱਡਾ ਰੋਸ ਹੈ। ਆਪਦੀ ਸੱਤਾ ਨੂੰ ਮੁੜ ਸਥਾਪਿਤ ਲਈ ਕਰਨ ਲਈ ਸਾਰੀਆਂ ਰਵਾਇਤੀ ਪਾਰਟੀਆਂ ਨੇ ਇੱਕ ਨਵਾਂ ਨੁਕਤਾ ਅਪਣਾਇਆ। ਅਕਾਲੀ ਦਲ, ਕਾਂਗਰਸ ਪਾਰਟੀ, ਭਾਜਪਾ ਪਾਰਟੀ ਤਿੰਨੋਂ ਹੀ ਅਲੱਗ-ਅਲੱਗ ਤਰੀਕੇ ਨਾਲ ਦਲਿਤ ਵੋਟ ਬੈਂਕ ਨੂੰ ਨਿਸ਼ਾਨਾ ਬਣਾ ਕੇ ਸੱਤਾ ਵਿੱਚ ਆਉਣ ਦਾ ਸੁਪਨਾ ਵੇਖ ਰਹੀਆਂ ਨੇ। ਭਾਜਪਾ ਪੰਜਾਬ ਦਾ ਮੁੱਖ ਮੰਤਰੀ, ਅਕਾਲੀ ਦਲ ਡਿਪਟੀ ਮੁੱਖ ਮੰਤਰੀ ਜਾਂ ਕਾਂਗਰਸ ਵੀ ਉਪ ਮੁੱਖ ਮੰਤਰੀ ਦੀ ਗੱਲ ਕਰ ਰਹੀ ਹੈ। ਪਰ ਇਸ ਐਲਾਨੇ ਗਈ ਚੀਜ਼ ਨੂੰ ਇਹ ਵੱਡਾ ਵਰਗ ਕਿਸ ਤਰ੍ਹਾਂ ਦੇਖ ਰਿਹਾ ਹੈ, ਉਸ ਵਰਗ ਦੀ ਕੌਮੀ ਪੱਧਰ ਤੇ ਪੈਰਵੀ ਕਰਦੇ ਹੋਏ, ਨੁਮਾਇੰਦਗੀ ਕਰਦੇ ਹੋਏ ਕਿਵੇਂ ਸੋਚਦੇ ਨੇ। ਸਾਡੇ ਨਾਲ ਇਸ ਵਕਤ ਮੌਜੂਦ ਨੇ ਸਰਦਾਰ ਪਰਮਜੀਤ ਸਿੰਘ ਕੈਂਥ, ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਕੌਮੀ ਪ੍ਰਧਾਨ। ਕੈਂਥ ਸਾਹਿਬ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਬੀਤੇ ਕਈ ਦਿਨਾਂ ਤੋਂ ਚੋਣਾਂ ਦੇ ਨੂੰ ਲੈ ਕੇ ਸਾਰੀਆਂ ਰਵਾਇਤੀ ਪਾਰਟੀਆਂ ਇੱਕ ਵੱਡੇ ਵਰਗ ਨੂੰ ਟਾਰਗੇਟ ਕਰ ਰਹੀਆਂ ਨੇ। ਇਹ ਤੁਸੀਂ ਕਿਵੇਂ ਦੇਖ ਰਹੇ ਹੋ? ਇਹ ਜਿਹੜੇ ਹੁਣ ਅਹੁਦੇ ਐਲਾਨੇ ਜਾ ਰਹੇ ਨੇ, ਜਿਹੜੇ ਪਹਿਲਾਂ ਕਿਤੇ ਦਿੱਤੇ ਨਹੀਂ ਗਏ, ਉਸ ਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ? ਸਾਰੇ ਦਰਸ਼ਕਾਂ ਨੂੰ ਤੁਹਾਡੇ ਰਾਹੀਂ ਸਤਿ ਸ਼੍ਰੀ ਅਕਾਲ ਜੀ। ਅਸੀਂ ਜੋ ਰਾਜਨੀਤਿਕ ਪਾਰਟੀਆਂ ਨੇ ਜਿਸ ਸਲੋਗਨਸ ਦੇ ਨਾਲ 2022 ਦਾ ਜਿਹੜਾ ਮੈਦਾਨ ਹੈ ਉਸ ਨੂੰ ਸਰ ਕਰਨ ਦੇ ਲਈ ਇਹ ਅਨੁਸੂਚਿਤ ਜਾਤੀ ਸਮਾਜ ਦੇ ਜੋ ਖਾਸ ਕਰ ਦਲਿਤ ਵਰਗ ਆ ਉਹਨਾਂ ਨੂੰ ਮਨ ਲੁਭਾਉਣੇ ਨਾਅਰਿਆਂ ਦੇ ਨਾਲ ਲੈ ਕੇ ਆ ਰਹੇ ਨੇ ਕਿ ਅਸੀਂ ਤੁਹਾਡਾ ਮੁੱਖ ਮੰਤਰੀ ਬਣਾਵਾਂਗੇ ਤੇ ਤੁਹਾਡਾ ਉਪ ਮੁੱਖ ਮੰਤਰੀ ਬਣਾਵਾਂਗੇ। ਲੇਕਿਨ ਜਿਸ ਸਮਾਜ ਦੀ ਬਹੁਤ ਵੱਡੀ ਤਾਦਾਦ ਹੋਵੇ, ਇਸ ਸਮੇਂ ਪੰਜਾਬ ਦੇ ਵਿੱਚ 35% ਤੋਂ ਵੀ ਵੱਧ ਜਿਹੜੀ ਹੈ ਅਨੁਸੂਚਿਤ ਜਾਤੀਆਂ ਦੀ ਜਿਹੜੀ ਵਸੋਂ ਹੈ ਔਰ ਉਹਦੇ ਵਿੱਚ ਜਿਹੜੇ ਇਸ ਵਿਧਾਨ ਸਭਾ ਦੇ ਵਿੱਚ 2017 ਦੀ ਵਿਧਾਨ ਸਭਾ ਦੇ ਵਿੱਚ 34 ਜਿਹੜੇ MLAs ਨੇ। ਵੈਸੇ ਉਹਨਾਂ ਦੀ ਕੁੱਲ ਗਿਣਤੀ ਜਿਹੜੀ ਆ ਉਹ 35 ਹੈ,
ਲੇਕਿਨ ਜਿਹੜੇ ਅਨੁਸੂਚਿਤ ਜਾਤੀਆਂ ਨਾਲ ਮੁੱਦੇ ਨੇ ਉਹਨਾਂ ਮੁੱਦਿਆਂ ਦੀ ਕਦੇ ਚਰਚਾ ਨਹੀਂ ਹੁੰਦੀ। ਅਸੀਂ ਵਿਧਾਨ ਸਭਾ ਦੇ ਵਿੱਚ ਵੀ ਵੇਖਦੇ ਹਾਂ ਤੇ ਵਿਧਾਨ ਸਭਾ ਤੋਂ ਬਾਹਰ ਵੀ ਜਿਹੜੇ ਅਨੁਸੂਚਿਤ ਜਾਤੀਆਂ ਦੀ ਨੁਮਾਇੰਦਗੀ ਕਰਦੇ ਨੇ, ਚਾਹੇ ਉਹ ਵਿਧਾਨ ਸਭਾ ਦੇ ਵਿੱਚ ਕਰਦੇ ਹੋਣ ਚਾਹੇ ਉਹ ਲੋਕ ਸਭਾ ਦੇ ਵਿੱਚ ਕਰਦੇ ਹੋਣ, ਲੇਕਿਨ ਜਿਹੜੇ ਇਹਨਾਂ ਦੇ ਨਾਲ ਅਨਿਆਏ, ਅਤਿਆਚਾਰ, ਧੱਕਾ, ਇਹਨਾਂ ਦੇ ਅਧਿਕਾਰਾਂ ਦੀ ਗੱਲ, ਇਹਨਾਂ ਦੇ ਸਵੈਮਾਣ ਦੀ ਗੱਲ, ਇਹਨਾਂ ਦੀ ਡਿਗਨਿਟੀ ਦੀ ਗੱਲ, ਇਹਨਾਂ ਦੇ ਆਤਮ ਨਿਰਭਰ ਦੀ ਗੱਲ ਹੈ, ਉੱਥੇ ਅਸੀਂ ਦੇਖਦੇ ਹਾਂ ਕਿ ਪੋਲੀਟੀਕਲ ਪਾਰਟੀਆਂ ਤੇ ਜਿਹੜੇ ਅਨੁਸੂਚਿਤ ਜਾਤੀ ਵਰਗ ਦੇ ਵਿਧਾਇਕ ਨੇ ਉਹ ਹਾਸ਼ੀਏ ਤੇ ਨੇ ਔਰ ਉਹਨਾਂ ਦੀ ਉੱਥੇ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਆਜ਼ਾਦ ਭਾਰਤ ਦੇ ਵਿੱਚ ਅੱਜ 74 ਸਾਲ ਪੂਰੇ ਹੋਣ ਜਾ ਰਹੇ ਨੇ, ਅਸੀਂ ਉਹਦੇ ਵਿੱਚ ਦੇਖਦੇ ਹਾਂ ਕਿ ਉਸ ਵਰਗ ਨੂੰ ਜਿਹੜਾ ਇੱਕ ਬਹੁਤ ਵੱਡਾ ਵਰਗ ਪੰਜਾਬ ਦੇ ਵਿੱਚ ਹੈ ਔਰ ਜਿਨ੍ਹਾਂ ਦੀ 1/3 ਤੋਂ ਵੀ ਵੱਧ ਜਿਹੜੀ ਪਾਪੂਲੇਸ਼ਨ ਹੈ, ਉਹਨਾਂ ਨੂੰ ਨਾ ਤਾਂ ਅੱਜ ਤੱਕ ਉਹਨਾਂ ਦੀ ਹਿਫਾਜ਼ਤ ਕੀਤੀ ਜਾ ਸਕੀ ਹੈ ਤੇ ਨਾ ਹੀ ਉਹਨਾਂ ਨੂੰ ਤਾਕਤ ਕਿਸੇ ਰਾਜਨੀਤਿਕ ਦਲ ਨੇ ਦਿੱਤੀ ਹੈ। ਉਹਨਾਂ ਨੂੰ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ ਗੈਰ ਬਰਾਬਰੀ ਦਾ ਸਾਹਮਣਾ ਕਰਨਾ ਪੈਂਦਾ। ਹੁਣ ਵੀ ਅਜੇ ਬਹੁਤ ਮਸਲੇ ਨੇ ਪੰਜਾਬ ਦੇ ਵਿੱਚ, ਜਿਹੜੀਆਂ ਪੋਲੀਟੀਕਲ ਪਾਰਟੀਆਂ ਜਦੋਂ ਇਹਨਾਂ ਦੇ ਨਾਲ ਅਨਿਆਏ, ਅਤਿਆਚਾਰ, ਧੱਕਾ, ਗੁੰਡਾਗਰਦੀ ਹੁੰਦੀ ਹੈ ਤਾਂ ਉਹਨਾਂ ਦੇ ਉੱਤੇ ਮੂਕ ਦਰਸ਼ਕ ਬਣ ਕੇ ਤਮਾਸ਼ਬੀਨ ਬਣ ਜਾਂਦੀਆਂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਇਸ ਹੋਵੇ। ਵਿੱਚ ਗੱਲ ਐਡ ਕਰਨਾ ਚਾਹਾਂਗਾ, ਆਪਾਂ ਇਹਨਾਂ ਮਸਲਿਆਂ ਤੇ ਵੀ ਆਵਾਂਗੇ। ਸਭ ਤੋਂ ਪਹਿਲਾਂ ਆਪਾਂ ਉਸ ਵਿਸ਼ੇ ਦੀ ਗੱਲ ਕਰੀਏ। ਇਸ ਟਾਈਮ ਜੋ ਮੌਜੂਦਾ ਹਾਲਾਤ ਨੇ, ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਪੰਜਾਬ 'ਚ ਖੇਤਰੀ ਪਾਰਟੀਆਂ ਵੀ ਹੈ ਜਾਂ ਨੈਸ਼ਨਲ ਪਾਰਟੀਆਂ ਵੀ ਕਹਾਉਂਦੀਆਂ ਨੇ, ਉਹਨਾਂ ਪਾਰਟੀਆਂ ਨੂੰ ਇਸ ਵੱਡੇ ਵਰਗ ਨੂੰ ਨੁਮਾਇੰਦਗੀ ਦੇਣ ਦੀ ਗੱਲ ਕੀਤੀ ਗਈ ਹੈ। ਇੱਕ ਵਿਸ਼ੇਸ਼ ਪੰਜਾਬ ਦੇ ਮੁੱਖ ਅਹੁਦੇ ਦੀ ਗੱਲ ਦਿੱਤੀ ਗਈ, ਜਿਹੜਾ ਸਿਆਸੀ ਤੌਰ ਤੇ ਭਾਗੀਦਾਰ ਦੀ ਗੱਲ ਕਰਦੀ। ਇਸ ਨੂੰ ਤੁਸੀਂ ਜੇ ਅੰਕੜਿਆਂ ਦੀ ਗੱਲ ਕਰੀਏ ਜਾਂ ਤੁਹਾਡੀ ਭਾਗੀਦਾਰੀ ਦੀ ਗੱਲ ਕਰੀਏ, ਉਹ ਵਾਕਈ ਉਨੀ ਪਹਿਲਾਂ ਵੀ ਦਿੰਦੇ ਨੇ ਕਿ ਹੁਣ ਵੈਸੇ ਛਲਾਵਾ ਹੀ ਇੱਕ ਜੋ 2022 ਦੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਐਲਾਨਿਆ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਗੱਲ ਦੇ ਉੱਤੇ ਪਹਿਲ ਕਦਮੀ ਕੀਤੀ ਕਿ ਅਸੀਂ ਅਨੁਸੂਚਿਤ ਜਾਤੀ ਵਰਗ ਦੇ ਵਿੱਚੋਂ ਜਿਹੜਾ ਮੁੱਖ ਮੰਤਰੀ ਬਣਾਵਾਂਗੇ। ਉਸ ਤੋਂ ਨਾਲ ਹੀ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਗੱਲ ਕਹੀ ਕਿ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ। ਜਦੋਂ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਪਿਛਲੇ ਲੰਮੇ ਅਰਸੇ ਤੋਂ ਪੰਜਾਬ ਵਿੱਚ ਔਰ ਦੇਸ਼ ਵਿੱਚ ਸੱਤਾ ਦੇ ਵਿੱਚ ਹਿੱਸੇਦਾਰ ਰਹੀਆਂ ਨੇ ਜਾਂ ਉਹਨਾਂ ਦਾ ਸ਼ਾਸਨ ਰਿਹਾ, ਲੇਕਿਨ ਉਹਨਾਂ ਦੇ ਸ਼ਾਸਨ ਦੌਰਾਨ ਜਿਹੜੀ ਹੈ ਅਨੁਸੂਚਿਤ ਜਾਤੀਆਂ ਨੂੰ ਜਿਹੜੇ ਅੱਜ ਨਵੇਂ ਸਲੋਗਨ ਦੇ ਨਾਲ ਆ ਰਹੇ ਨੇ, ਇਹ ਗੱਲਾਂ ਆਪਣੇ ਗਿਰੇਬਾਨ ਦੇ ਅੰਦਰ ਝਾਕ ਕੇ ਦੇਖਣਾ ਚਾਹੀਦਾ ਕਿ ਅਸੀਂ ਇਸ ਸਮਾਜ ਨੂੰ ਅਸੀਂ ਸਹੀ ਨੁਮਾਇੰਦਗੀ ਦੇ ਸਕੇ ਹਾਂ। ਜਿਸ ਸਮਾਜ ਦੀ ਇਹਨਾਂ ਨੇ ਅੱਜ ਤੱਕ ਹਿਫਾਜ਼ਤ ਨਹੀਂ ਕੀਤੀ, ਨਾ ਤਾਕਤ ਦਿੱਤੀ ਕਿ ਮੁੱਖ ਮੰਤਰੀ ਦਾ ਅਹੁਦਾ ਦੇਣ ਨਾਲ, ਉਪ ਮੁੱਖ ਮੰਤਰੀ ਬਣਾਉਣ ਨਾਲ ਕੀ ਉਹਨਾਂ ਨੂੰ ਹਿਫਾਜ਼ਤ ਉਹਨਾਂ ਦੇ ਸਮਾਜ ਦੀ ਹੋ ਜਾਏਗੀ, ਕਿ ਤਾਕਤ ਉਹਨਾਂ ਨੂੰ ਮਿਲ ਜਾਏਗੀ। ਇਹ ਜਿਹੜੇ ਗੰਭੀਰ ਮੁੱਦੇ ਨੇ ਔਰ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਵਿੱਚ 34 ਜਿਹੜੇ ਨੇ ਉਹ ਵਿਧਾਇਕ ਚੁਣ ਕੇ ਆਉਂਦੇ ਨੇ, ਵੱਖੋ ਵੱਖਰੀ ਪਾਰਟੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ, ਅਕਾਲੀ ਦਲ ਹੈ, ਭਾਰਤੀ ਜਨਤਾ ਪਾਰਟੀ ਹੈ। ਇਹ ਜਿਹੜੀਆਂ ਮੇਨ ਪੰਜਾਬ ਦੇ ਇਸ ਸਮੇਂ ਜਿਹੜੀਆਂ ਮੁੱਖ ਪਾਰਟੀਆਂ ਨੇ, ਕਿਉਂਕਿ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਆਪਣਾ ਪਿਛਲੇ ਲੰਮੇ ਅਰਸੇ ਤੋਂ ਆਪਣਾ ਖਾਤਾ ਵੀ ਨਹੀਂ ਖੋਲ ਪਾਈ, ਜਿਹੜੀ ਸਭ ਨਾਲੋਂ ਵੱਡੀ ਨੁਮਾਇੰਦਗੀ ਕਰਨ ਦਾ ਉਹ ਦਾਅਵਾ ਕਰਦੇ ਨੇ। ਚਲੋ ਆਪਾਂ ਉਸ ਤੇ ਵੀ ਗੱਲ ਕਰਾਂਗੇ। ਤੁਸੀਂ ਥੋੜਾ ਜਿਹਾ ਦਰਸ਼ਕਾਂ ਨੂੰ ਇਹ ਸਪਸ਼ਟ ਕਰੋ ਕਿ ਕਾਂਗਰਸ ਗੱਲ ਕਰ ਰਹੀ ਹੈ, ਕਾਂਗਰਸ ਬਹੁਤ ਚਿਰ ਸੱਤਾ ਤੋਂ ਕੌਮੀ ਪੱਧਰ ਤੇ ਵੀ ਤੇ ਖੇਤਰੀ ਪੱਧਰ ਤੇ ਵੀ ਸੱਤਾ 'ਚ ਰਹੀ ਹੈ। ਅਕਾਲੀ ਦਲ ਉਦੋਂ ਬਾਅਦ ਦੂਸਰੇ ਰੂਪ 'ਚ ਆਉਂਦਾ, ਭਾਜਪਾ ਤਾਂ ਹਜੇ ਹੁਣ ਆਈ ਹੈ। ਇਹਦੇ ਵਿੱਚ ਤੁਸੀਂ ਦੱਸੋ ਵੀ ਥੋੜੀ ਸਿਆਸੀ ਤੌਰ ਤੇ ਇਸ ਵਰਗ ਦੀ ਕਿੰਨੀ ਭਾਗੀਦਾਰ ਰਹੀ ਹੈ, ਹੁਣ ਦੀ ਸਥਿਤੀ ਕੀ ਹੈ, ਜਾਂ ਉਹ ਜਿਹੜੀ ਨਵੀਂ ਗੱਲ ਕਰ ਰਹੇ ਨੇ ਉਹ ਸਿਰਫ ਸੱਤਾ ਹਾਸਲ ਲਈ ਕਰ ਰਹੇ ਨੇ, ਜਾਂ ਇੱਕ ਨਵਾਂ ਵਿਰੋਧੀ ਧਿਰਾਂ ਨੂੰ ਏਜੰਡਾ ਦੇਣ ਲਈ ਕਰ ਰਹੇ ਨੇ ਕਿ ਵੀ ਸਾਡੇ ਪੱਲੇ ਤਾਂ ਕੁਝ ਪੈਣਾ ਨਹੀਂ, ਕਿ ਦੂਸਰਿਆਂ ਲਈ ਵੀ ਇੱਕ ਐਸਾ ਮੁੱਦਾ ਛੱਡ ਦਈਏ ਜਿਹੜਾ ਬਖਰੇਵੇਂ ਪੈਦਾ ਕਰਦੇ। ਕਿਉਂਕਿ ਕਾਂਗਰਸ ਨੇ ਇਸ ਦੇਸ਼ ਵਿੱਚ ਲੰਮਾ ਸਮਾਂ ਰਾਜ ਕੀਤਾ ਹੈ ਔਰ ਕਾਂਗਰਸ ਨੇ ਜਿਸ ਵਰਗ ਦਾ ਅੱਜ ਜ਼ਿਕਰ ਹੋ ਰਿਹਾ ਹੈ ਅਨੁਸੂਚਿਤ ਜਾਤੀਆਂ ਦਾ, ਉਹਨਾਂ ਨੂੰ ਹਾਸ਼ੀਏ ਤੇ ਰੱਖਿਆ ਕਿ ਨੈਸ਼ਨਲ ਲੈਵਲ ਤੇ ਵੀ ਹੈ, ਸੂਬਾ ਪੱਧਰ ਤੇ ਵੀ ਹੈ। ਪੰਜਾਬ ਦੇ ਵਿੱਚ ਹੁਣ ਤੱਕ ਜਦੋਂ ਤੋਂ ਪੰਜਾਬੀ ਸੂਬਾ ਬਣਿਆ 11 ਮੁੱਖ ਮੰਤਰੀ ਬਣੇ ਨੇ। 11 ਮੁੱਖ ਮੰਤਰੀਆਂ ਦੇ ਵਿੱਚੋਂ ਸਿਰਫ ਇੱਕ ਮੁੱਖ ਮੰਤਰੀ ਪਛੜੇ ਵਰਗਾਂ ਦੇ ਵਿੱਚੋਂ ਸੀਗੇ, ਗਿਆਨੀ ਜੈਲ ਸਿੰਘ ਜੀ। ਬਾਕੀ ਜਿਹੜੇ ਇੱਕ ਸਮੁਦਾਇ ਨੇ ਉਹ ਜੱਟ ਭਾਈਚਾਰੇ ਨਾਲ ਸੰਬੰਧਿਤ ਨੇ, ਉਹ ਜਿਹੜੇ ਮੁੱਖ ਮੰਤਰੀ ਬਣੇ। ਲੇਕਿਨ ਜਦੋਂ ਉਹਨਾਂ ਨੂੰ ਇਸ ਗੱਲ ਦੀ ਗੱਲ ਕਹੇ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਵੀ ਇਹ ਜੱਟ ਜਿਹੜਾ ਪੰਜਾਬ 'ਚ ਡੋਮੀਨੇਟ ਕਰਦਾ, ਇਸ ਕਰਕੇ ਜਿਹੜਾ ਮੁੱਖ ਮੰਤਰੀ ਦਾ ਅਹੁਦਾ ਹੈ
ਉਹ ਜੱਟਾਂ ਨੂੰ ਮਿਲਣਾ ਚਾਹੀਦਾ, ਕਿਉਂਕਿ ਭੱਠਲ ਤੇ ਹੋਰ ਜਿਹੜੇ ਲੀਡਰ ਨੇ ਉਹ ਆਮ ਕਹਿੰਦੇ ਸੁਣੇ ਗਏ ਨੇ। ਲੇਕਿਨ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਜਦੋਂ ਇਹਨਾਂ ਦੀ 35% ਆਬਾਦੀ ਹੈ ਦਲਿਤ ਵਰਗ ਦੀ, ਤਾਂ ਉਹਨਾਂ ਦਾ ਮੁੱਖ ਮੰਤਰੀ ਕਿਉਂ ਨਹੀਂ ਹੋਣਾ ਚਾਹੀਦਾ? ਤਾਂ ਉਹਨਾਂ ਦਾ ਮੁੱਖ ਮੰਤਰੀ ਬਣਾਉਣ ਦੇ ਲਈ ਜਿਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ, ਇਸ ਦੇ ਨਾਲ ਇਹ ਨਾ ਹੋਵੇ ਕਿ ਜਿਹੜਾ ਸਮਾਜ ਇੱਕ ਲੰਮੇ ਅਰਸੇ ਤੋਂ ਹੀ ਇਸ ਗੱਲ ਨੂੰ ਲੋਚਦਾ ਸੀ ਕਿ ਸਾਡੇ ਸਮਾਜ ਦੇ ਵਿੱਚੋਂ ਵੀ ਜਿਹੜਾ ਕਾਬਲ ਮੁੱਖ ਮੰਤਰੀ ਬਣੇਗਾ, ਔਰ ਜਿਸ ਤਰ੍ਹਾਂ ਅੱਜ ਤੱਕ ਸਾਡੇ ਸਮਾਜ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਂਦੀ ਹੈ, ਕਿਉਂਕਿ ਇਹਨਾਂ ਦੀ ਤਰਾਸਦੀ ਹੈ ਕਿ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ 3 ਜਿਹੜੇ ਨੇ ਉਹ ਕੈਬਨਿਟ ਮਿਨਿਸਟਰ ਨੇ, ਲੇਕਿਨ ਉਹ ਆਪ ਕਹਿੰਦੇ ਸੁਣੇ ਗਏ ਨੇ ਕਿ ਚਾਹੇ ਮੁਲਾਜ਼ਮਾਂ ਦੀ ਸੰਵਿਧਾਨਿਕ ਸੋਧ ਹੋਵੇ, 85ਵੀਂ ਸੰਵਿਧਾਨਿਕ ਸੋਧ ਹੋਵੇ, ਕਹਿੰਦੇ ਵੀ ਸਾਡੀ ਪਰਸੋਨਲ ਡਿਪਾਰਟਮੈਂਟ ਤੇ ਸੀਐਮ ਹਾਊਸ ਦੇ ਵਿੱਚ ਬੈਠਣ ਵਾਲੇ ਜਿਹੜੀ ਅਨੁਸੂਚਿਤ ਜਾਤੀ ਵਿਰੋਧੀ ਲੋਬੀ ਹੈ, ਉਹ ਅੱਜ ਤੱਕ ਸੰਵਿਧਾਨਿਕ ਸੋਧ ਨੂੰ ਉਹ ਲਾਗੂ ਨਹੀਂ ਕਰਾ ਸਕੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਜਿਸ ਦੇ ਨਾਲ ਲੱਖਾਂ ਵਿਦਿਆਰਥੀਆਂ ਨੂੰ ਜਿਹੜਾ ਉਹਦਾ ਲਾਭ ਮਿਲਣਾ, ਉਹ ਵੀ ਲਾਭ ਤੋਂ ਪਿਛਲੇ 3 ਸਾਲਾਂ ਤੋਂ ਜਿਹੜਾ ਅਨੁਸੂਚਿਤ ਜਾਤੀ ਵਰਗ ਦੇ ਬੱਚੇ ਨੇ ਉਹ ਤੋਂ ਵਾਂਝੇ ਰਹੇ ਨੇ। ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਸੱਤਾ ਦੇ ਵਿੱਚ ਕੋਈ ਵੀ ਪਾਰਟੀ ਆ ਜਾਏ, ਚਾਹੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਹੈ, ਚਾਹੇ ਕਾਂਗਰਸ ਪਾਰਟੀ ਹੈ, ਲੇਕਿਨ ਜਿਹੜੇ ਅਨੁਸੂਚਿਤ ਜਾਤੀਆਂ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਮੌਨ ਧਾਰ ਲੈਂਦੇ ਨੇ, ਔਰ ਜਿਹੜੇ ਸਾਡੇ ਸਮਾਜ ਵਿੱਚੋਂ ਚੁਣੇ ਹੋਏ ਨੁਮਾਇੰਦੇ ਨੇ ਉਹ ਉੱਥੇ ਜਾ ਕੇ ਸੀਰੀ ਸਾਂਝੀਆਂ ਦੀ ਤਰ੍ਹਾਂ ਉੱਥੇ ਕੰਮ ਕਰਦੇ ਨੇ। ਉਹ ਆਪਣੀ ਇੱਕ ਆਵਾਜ਼ ਜਿਹੜੀ ਹੈ ਉਹ ਬਣਨ ਦੀ ਕੋਸ਼ਿਸ਼ ਨਹੀਂ ਕਰਦੇ। ਅਨੁਸੂਚਿਤ ਜਾਤੀ ਜਿਹੜਾ ਵਰਗ ਹੈ ਉਹ ਲੀਡਰਲੈਸ ਸਮਾਜ ਹੈ, ਔਰ ਅੱਜ ਅਗਰ ਲੀਡਰਲੈਸ ਸਮਾਜ ਦੇ ਵਿੱਚੋਂ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦਾ ਜਿਹੜਾ ਐਲਾਨ ਕੀਤਾ ਜਾ ਰਿਹਾ ਵੱਖੋ ਵੱਖਰੀ ਪੋਲੀਟੀਕਲ ਪਾਰਟੀਆਂ ਤੋਂ, ਸਾਨੂੰ ਇਸ ਤਰ੍ਹਾਂ ਲੱਗਦਾ ਕਿਤੇ ਇਹ ਗੱਲ ਹਾਸੋ ਹੀ ਨਹੀਂ ਨਾ ਹੋ ਜਾਏ ਔਰ ਇਹਨਾਂ ਦੇ ਨਾਲ ਮਜ਼ਾਕ ਜਿਹਾ ਬਣ ਕੇ ਨਾ ਰਹਿ ਜਾਏ। ਕਿਉਂਕਿ ਸਾਨੂੰ ਪਿਛਲੀਆਂ ਜਿਹੜੀਆਂ ਇਹਨਾਂ ਦਾ ਕਿਰਦਾਰ ਹੈ ਪੋਲੀਟੀਕਲ ਪਾਰਟੀਆਂ ਦਾ, ਉਹਦੇ ਉੱਤੇ ਜਿਹੜਾ ਸਾਨੂੰ ਸ਼ੱਕ ਨਜ਼ਰ ਆਉਂਦਾ ਹੈ ਕਿ ਇਹਨਾਂ ਨੇ ਅਨੁਸੂਚਿਤ ਜਾਤੀਆਂ ਨੂੰ ਸਮਾਜਿਕ ਤੌਰ ਤੇ ਜਿਹੜੀ ਹੈ ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ ਔਰ ਸਿਰਫ ਇੱਕ ਰਾਜਨੀਤਿਕ ਤੌਰ ਤੇ ਬਰਾਬਰੀ ਦਿੱਤੀ ਹੈ, ਬਾਕੀ ਨਾ ਬਰਾਬਰੀ ਦਾ ਇਹ ਸ਼ਿਕਾਰ ਸਮਾਜ ਹੈ। ਤੁਹਾਡੀ ਗੱਲ ਮੈਂ ਸਮਝਿਆ ਕਿ ਤੁਸੀਂ ਇਸ ਐਲਾਨ ਨੂੰ ਇੱਕ ਹਾਸੋਹੀਣੇ ਨਤੀਜੇ ਤੱਕ ਜਾਣ ਲਈ ਸੰਭਾਵਿਤ ਮੰਨਦੇ ਹੋ, ਕਿਉਂਕਿ ਜਿਹੜੇ ਵੀ ਹੁਣ ਤੱਕ ਇਸ ਵਰਗ ਨਾਲ ਜੁੜੇ ਹੋਏ ਮੰਤਰੀ ਨੇ ਜਾਂ ਵਿਧਾਇਕ ਨੇ, ਉਹ ਜਦੋਂ ਇਹਨਾਂ ਪਾਰਟੀ ਚੁਣੇ ਵੀ ਜਾਂਦੇ ਨੇ ਤਾਂ ਉਹ ਹੱਕਾਂ ਦੀ ਗੱਲ ਨਹੀਂ ਕਰ ਪਾਉਂਦੇ। ਵਜ੍ਹਾ ਇਹ ਕਿ ਉਹ ਇੱਕ ਡੰਮੀ ਲੀਡਰ ਦੇ ਤੌਰ ਤੇ ਲੈ ਲੈਂਦੇ ਨੇ ਕਿ ਹੁਣ ਵੀ ਤੁਹਾਡੀਆਂ ਗੱਲਾਂ ਤੋਂ ਇਹ ਇਸ਼ਾਰਾ ਮਿਲ ਰਿਹਾ ਕਿ ਜੇ ਸੀਐਮ ਜਾਂ ਡਿਪਟੀ ਸੀਐਮ ਦੀ ਗੱਲ ਕੀਤੀ ਜਾ ਰਹੀ ਹੈ, ਉਹ ਇੱਕ ਡੰਮੀ ਸੀਐਮ ਹੀ ਬਣੂਗਾ। ਪਰ ਇੱਕ ਤੁਹਾਡਾ ਇਸ਼ਾਰਾ ਹੋਰ ਵੀ ਹੈ, ਤੁਸੀਂ ਖੁਦ ਵੀ ਮੰਨਿਆ ਕਿ ਬੰਦੇ ਇਹ ਵਰਗ ਤੇ ਜਿੰਨੇ ਲੀਡਰ ਨੇ, ਲੀਡਰ ਹੋ ਕੇ ਵੀ ਲੀਡਰਲੈਸ ਹੋ ਜਾਂਦੇ ਨੇ। ਕਿਤੇ ਨਾ ਕਿਤੇ ਇਹਨਾਂ ਦੀ ਆਪਦੀ ਹੋਂਦ ਨੂੰ ਬਣਾਉਣ ਵਾਲੀ ਗੱਲ ਵੀ ਖੁਦ ਵੀ ਜ਼ਿੰਮੇਵਾਰ ਜਾਪਦੇ ਨੇ। ਤੁਸੀਂ ਇਸ ਵਰਗ ਲਈ ਬੜਾ ਕੰਮ ਕੀਤਾ ਹੈ। ਹੁਣ ਆਪਾਂ ਜੇ ਗੱਲ ਕਰੀਏ, ਤੁਸੀਂ ਕਹਿੰਦੇ ਹੋ 35 ਸੀਟਾਂ ਨੇ, ਜੇ ਜਿੰਨੇ ਫੀਸਦੀ ਦੀ ਗੱਲ ਕੀਤੀ ਜਾਂਦੀ ਉਹਦੇ ਹਿਸਾਬ ਨਾਲ ਤਾਂ ਇਹਨਾਂ ਨੂੰ 39 ਸੀਟਾਂ ਹੋਣੀਆਂ ਚਾਹੀਦੀਆਂ ਸੀਗੀਆਂ, ਉਹ ਵੀ ਨਹੀਂ ਹੈ। ਮੇਰੀ ਧਿਆਨ 'ਚ ਜੋ ਹੈ ਮਾਮਲਾ ਕਿ ਪਾਰਲੀਮੈਂਟ ਦੇ ਵਿੱਚ 2007 ਤੋਂ 2-3 ਸੀਟਾਂ ਨੇ ਜਿੱਥੋਂ ਆਪਣੇ ਸੁਖਬੀਰ ਬਾਦਲ ਲੜਦੇ ਨੇ ਜਾਂ ਰਾਣਾ ਗੁਰਮੀਤ ਸੋਢੀ ਲੜਦੇ ਨੇ, ਉਹਨਾਂ ਦੇ ਵਿੱਚ ਰਾਏ ਸਿੱਖਾਂ ਦੀ ਵੋਟ ਬਹੁਤ ਜ਼ਿਆਦਾ ਹੈ। ਉਹਨਾਂ ਨੇ ਸਾਰਾ ਕੁਝ ਕਰਨ ਤੋਂ ਬਾਅਦ 2007 ਦੀ ਪਾਰਲੀਮੈਂਟ ਦੇ ਵਿੱਚ ਇਹ ਏਜੰਡਾ ਪਾਸ ਵੀ ਹੋ ਗਿਆ, ਪਰ ਹਜੇ ਤੱਕ ਇੰਪਲੀਮੈਂਟ ਨਹੀਂ ਹੋਇਆ। ਹੁਣ ਵੀ ਉੱਥੋਂ ਲਗਾਤਾਰ ਜਨਰਲ ਵਰਗ ਦੇ ਲੜਦੇ ਨੇ। ਇੱਥੇ ਤੁਸੀਂ ਕਹਿ ਰਹੇ ਹੋ ਕਿ ਲੀਡਰ ਜਿਹੜੇ ਪਾਰਟੀਆਂ ਵਿੱਚ ਜਾ ਕੇ ਹਾਸ਼ੀਏ 'ਤੇ ਹੀ ਰਹਿੰਦੇ ਨੇ, ਇਹ ਫਿਰ ਕਮੀ ਤਾਂ ਕਿਤੇ ਨਾ ਕਿਤੇ ਵਰਗ ਦੇ ਵਿੱਚ ਜਾਗਰੂਕਤਾ ਦੀ ਹੈ। ਕਿਉਂਕਿ ਜਿੱਥੇ ਤੱਕ ਕਿਉਂਕਿ ਜਿਹੜਾ ਅਨੁਸੂਚਿਤ ਜਾਤੀ ਵਰਗ ਦਾ ਲੀਡਰ ਕਹਿੰਦੇ ਹਾਂ ਅਸੀਂ, ਐਕਚੁਅਲੀ ਉਹ ਉਹਨਾਂ ਪਾਰਟੀਆਂ ਦਾ ਲੀਡਰ ਹੀ ਰਹਿੰਦਾ ਹੈ, ਉਹ ਸਮਾਜ ਦਾ ਲੀਡਰ ਨਹੀਂ ਰਹਿੰਦਾ। ਉਹਨਾਂ ਦੀ ਜਿਹੜੀ ਸਾਈਕੀ ਹੈ, ਮਾਨਸਿਕਤਾ ਇਸ ਗੱਲ 'ਤੇ ਰਹਿੰਦੀ ਹੈ ਕਿ ਸਾਨੂੰ ਜਿਹੜੀ ਰਿਜ਼ਰਵ ਸੀਟ ਤੋਂ ਜਿੱਤ ਕੇ ਆਏ ਆ ਉਹਦੇ ਵਿੱਚ ਜਿਹੜੇ ਗੈਰ ਅਨੁਸੂਚਿਤ ਜਾਤੀ ਵਰਗ ਦੀ ਲੋਕ ਨੇ ਉਹ ਵੋਟ ਪਾ ਕੇ ਜਿਤਾਉਂਦੇ ਨੇ ਤੇ ਅਨੁਸੂਚਿਤ ਜਾਤੀਆਂ ਦੀ ਅਸੀਂ ਨੁਮਾਇੰਦਗੀ ਕਰਨ ਦਾ ਉਹ ਦਾਅਵਾ ਕਰਦੇ ਨੇ। ਲੇਕਿਨ ਐਕਚੁਅਲ ਵਿੱਚ ਉਹ ਅਨੁਸੂਚਿਤ ਜਾਤੀਆਂ ਦੀ ਗੱਲ ਕਰਨਾ ਨਾ ਵਿਧਾਨ ਸਭਾ ਦੇ ਅੰਦਰ ਨਾ ਵਿਧਾਨ ਸਭਾ ਦੇ ਬਾਹਰ ਉਹ ਗੱਲ ਹੀ ਨਹੀਂ ਕਰਨਾ ਚਾਹੁੰਦੇ। ਉਹ ਇਸ ਗੱਲ ਦੇ ਡਰੇ ਰਹਿੰਦੇ ਨੇ ਕਿ ਅਗਲੇ ਵਾਰ ਅਸੀਂ ਵਿਧਾਨ ਸਭਾ ਜਾਵਾਂਗੇ ਜਾਂ ਨਹੀਂ ਜਾਵਾਂਗੇ ਲੋਕ ਸਭਾ ਦੇ ਵਿੱਚ। ਇਸ ਕਰਕੇ ਜਿਹੜੇ ਅਨੁਸੂਚਿਤ ਜਾਤੀਆਂ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਉਹ ਮੌਨ ਧਾਰ ਲੈਂਦੇ ਨੇ। ਨਹੀਂ, ਉਹ ਡਰ ਕਿਸ ਚੀਜ਼ ਦਾ ਹੈ?
ਡਰ ਕਿਸ ਚੀਜ਼ ਦਾ ਡਰ ਹੈ ਇਹ? ਜਾਂ ਉਹਨਾਂ ਨੂੰ ਪਤਾ ਨਹੀਂ, ਜਾਂ ਉੱਤੇ ਜਾ ਕੇ ਉਹ ਫੇਰ ਉਹ ਸੱਤਾ ਦੇ ਰਹਿਣ ਦੇ ਚੱਕਰ 'ਚ ਇਹ ਕਰਦੇ ਨੇ? ਸੱਤਾ ਦੇ ਵਿੱਚ ਅੰਦਰਲੀ ਗੱਲ ਕੀ ਹੈ ਇਹਦੇ ਵਿੱਚ? ਸੱਤਾ ਦੇ ਵਿੱਚ ਆਪਣੀ ਹਿੱਸੇਦਾਰੀ ਨੂੰ ਸੁਨਿਸ਼ਚਿਤ ਕਰਨ ਦੇ ਲਈ, ਸਿਰਫ ਆਪਣੇ ਸਵਾਰਥ ਲਈ, ਨਿੱਜੀ ਮਨੋਰਥ ਲਈ, ਪਾਰਟੀ ਦੀ ਨੁਮਾਇੰਦਗੀ ਕਰਨ ਲਈ ਹੀ ਉਹ ਰਹਿੰਦੇ ਨੇ। ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਅਸੀਂ ਅਨੁਸੂਚਿਤ ਜਾਤੀ ਵਰਗ ਦੀ ਨੁਮਾਇੰਦਗੀ ਕਰਾਂਗੇ, ਉਹਨਾਂ ਦੇ ਮੁੱਦਿਆਂ ਨੂੰ ਚੱਕਾਂਗੇ, ਤਾਂ ਅਗਲੇ ਵਾਰ ਅਸੀਂ ਵਿਧਾਨ ਸਭਾ ਨਹੀਂ ਜਾ ਸਕਦੇ। ਯਾਨੀ ਕਿ ਆਪਦੀ ਸੀਟ ਬਚਾਉਣ ਦੇ ਇਹ ਲਾਲਚ ਦੇ ਕਰਕੇ ਉਹ ਉੱਥੇ ਜਾ ਕੇ ਉਸ ਜਿਸ ਵਰਗ ਦੀ ਨੁਮਾਇੰਦਗੀ ਕਰਦੇ ਨੇ ਉਹ ਭੁੱਲ ਜਾਂਦੇ ਨੇ। ਤੁਹਾਡੀਆਂ ਗੱਲਾਂ ਤੋਂ ਇਹ ਲੱਗ ਰਿਹਾ ਹੈ ਕਿ ਤੁਸੀਂ ਇਸ ਵਰਗ ਦੀ ਨੁਮਾਇੰਦਗੀ ਕਰਦੇ ਹੋ, ਇਹਦੀ ਪੈਰਵੀ ਕਰਦੇ ਰਹੇ ਹੋ। ਫਿਰ ਕਿਤੇ ਨਾ ਕਿਤੇ ਇਸ ਗੱਲ ਤੋਂ ਤਾਂ ਇੱਕ ਰਾਏ ਉੱਭਰ ਕੇ ਆਉਂਦੀ ਹੈ ਕਿ ਅਨੁਸੂਚਿਤ ਜਾਤੀ ਵਰਗ ਜੋ ਵੱਡਾ ਵੋਟ ਬੈਂਕ ਹੈ, ਉਹਨਾਂ 'ਚ ਜਾਗਰੂਕਤਾ ਦੀ ਕਮੀ ਹੈ, ਜਾਂ ਉਹਨਾਂ ਦੇ ਵਿੱਚ ਜਲਦੀ ਛੋਟੇ ਉਹ ਆ ਜਾਂਦੇ ਨੇ ਕਿ ਸਾਨੂੰ ਕੱਲ੍ਹ ਨੂੰ ਇਹ ਚੀਜ਼ ਮਿਲੇਗੀ ਜਾਂ ਨਹੀਂ ਮਿਲੇਗੀ। ਇਸ ਕਰਕੇ ਇਹ ਪ੍ਰੋਬਲਮ ਹੋ ਜਾਂਦੀ ਹੈ। ਜਿਵੇਂ ਕਿ ਹੁਣ ਆਪਾਂ ਕੈਪਟਨ ਸਰਕਾਰ ਦੀ ਗੱਲ ਕਰੀਏ, ਬਹੁਤ ਵੱਡਾ ਪੋਸਟ ਸਕਾਲਰਸ਼ਿਪ ਮਾਮਲਾ ਸਾਹਮਣੇ ਆਇਆ, ਉਹ ਵੀ ਉਸੇ ਵਰਗ ਨਾਲ ਸੰਬੰਧਿਤ ਸੀਗੇ ਅਤੇ ਲੱਖਾਂ ਵਿਦਿਆਰਥੀਆਂ ਦਾ ਉਹ ਘਾਣ ਹੋਇਆ ਉਸ ਕੰਮ ਦੇ ਵਿੱਚ। ਫਿਰ ਤੁਸੀਂ ਇਹ ਦੋਸ਼ ਅਨੁਸੂਚਿਤ ਜਾਤੀ ਤੇ ਲੀਡਰਾਂ ਦਾ ਮੰਨਦੇ ਹੋ ਜਾਂ ਪਾਰਟੀਆਂ ਦਾ ਮੰਨਦੇ ਹੋ? ਕਿਉਂਕਿ ਅਨੁਸੂਚਿਤ ਜਾਤੀ ਵਰਗ ਲਈ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹ ਵੱਡੇ ਤੌਰ ਤੇ ਜ਼ਿੰਮੇਵਾਰ ਨੇ, ਔਰ ਉਹਨਾਂ ਪਾਰਟੀਆਂ ਨੇ ਹੀ ਅਨੁਸੂਚਿਤ ਜਾਤੀਆਂ ਦੇ ਜਿਹੜੇ ਵਿਧਾਇਕ ਬਣਾਉਣੇ ਨੇ, ਪਾਰਲੀਮੈਂਟ ਮੈਂਬਰ ਬਣਾਉਣੇ ਨੇ। ਕਿਉਂਕਿ ਸਿਰਫ ਬਾਬਾ ਸਾਹਿਬ ਅੰਬੇਡਕਰ ਨੇ ਜੋ ਇਹਨਾਂ ਨੂੰ ਰਾਜਨੀਤਿਕ ਬਰਾਬਰਤਾ ਦਿੱਤੀ ਹੈ, ਉਸ ਬਰਾਬਰਤਾ ਦਾ ਜਿਹੜਾ ਉਹ ਫਾਇਦਾ ਲੈ ਰਹੇ ਨੇ। ਲੇਕਿਨ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ ਅੱਜ ਵੀ ਗੈਰ ਬਰਾਬਰੀ ਹੈ। ਜਦੋਂ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਜਾਂਦਾ, ਕੋਈ ਵਿਧਾਇਕ ਨਹੀਂ ਬੋਲਦਾ। ਜਦੋਂ ਨਗਨ ਕਰਕੇ ਜਿਹੜਾ ਬੱਚੇ ਨੂੰ ਕੁੱਟਿਆ ਜਾਂਦਾ ਹੈ, ਉਹਨੂੰ ਪਿਸ਼ਾਬ ਪਿਲਾਇਆ ਜਾਂਦਾ ਹੈ, ਉਦੋਂ ਕੋਈ ਵਿਧਾਇਕ ਨਹੀਂ ਬੋਲਦਾ। ਅਨੁਸੂਚਿਤ ਜਾਤੀਆਂ ਦੇ ਜਦੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਆਉਂਦੀ ਹੈ, ਕੋਈ ਵਿਧਾਇਕ ਨਹੀਂ ਬੋਲਦਾ। ਔਰ ਇਹ ਇਸ ਕਰਕੇ ਜਿਹੜਾ ਇਹਨਾਂ ਦੇ ਨਾਲ ਜਿਹੜੀ ਹੈ ਉਹ ਬੇਵਫਾਈ ਕਰ ਰਹੇ ਨੇ ਅਨੁਸੂਚਿਤ ਜਾਤੀ ਵਰਗ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਨੂੰ ਚੁਣ ਕੇ ਭੇਜਦੇ ਨੇ, ਉਹੀ ਜਾ ਕੇ ਬੇਵਫਾਈ ਕਰਦੇ ਨੇ, ਜਾਂ ਉਹੀ ਉਹਨਾਂ ਨਾਲ ਧਰੋ ਕਮਾਉਂਦੇ ਨੇ, ਜਿਹਨੂੰ ਕਿਹਾ ਜਾ ਸਕਦਾ ਪੰਜਾਬੀ ਦੇ ਵਿੱਚ। ਤੇ ਫਿਰ ਪਾਰਟੀਆਂ ਦਾ ਦੋਸ਼ ਤਾਂ ਘੱਟ ਹੋਇਆ, ਜਾਨੀ ਨੁਮਾਇੰਦਿਆਂ ਤੋਂ ਜ਼ਿਆਦਾ ਹੋਇਆ। ਇੱਕ ਗੱਲ ਮੈਂ ਹੋਰ ਵੀ ਜੋੜਾਂ ਇਹਦੇ ਵਿੱਚ, ਇੱਕ ਵਿਸ਼ੇਸ਼ ਵਰਗ ਨੂੰ ਲੈ ਕੇ ਇੱਕ ਪਾਰਟੀ ਬਣੀ ਸੀ, ਉਹ ਸੈਂਟਰ ਤੱਕ ਪਹੁੰਚੀ, ਪਰ ਪੰਜਾਬ ਤੋਂ ਚੱਲ ਕੇ ਸਿਰਫ ਯੂਪੀ 'ਚ ਸਿਮਟ ਕੇ ਰਹਿ ਗਈ। ਉਹ ਜੇ ਹਾਲਾਤ ਇਹ ਹੋਏ ਨੇ ਕਿ ਜਿਸ ਮੁੱਦੇ ਨੂੰ ਲੈ ਕੇ ਉਹ ਥੱਲੋਂ ਜ਼ਮੀਨੀ ਵਰਗ ਤੋਂ ਚੱਲੇ, ਉੱਤੇ ਜਾ ਕੇ ਉਹਨਾਂ ਨੇ ਮੁੱਦੇ ਹੀ ਚੇਂਜ ਕਰ ਦਿੱਤੇ, ਉਹਨਾਂ ਸਾਰੇ ਉਲਟੇ ਹੋ ਗਏ। ਵੀ ਫਿਰ ਜੇ ਤੁਹਾਡੀਆਂ ਗੱਲਾਂ ਨੂੰ ਸਮਝੀਏ ਤਾਂ ਇਹ ਤੁਸੀਂ ਖੁਦ ਹੀ ਇੱਕ ਤਸਦੀਕ ਕਰ ਰਹੇ ਹੋ ਕਿ ਪਾਰਟੀਆਂ ਇੰਨੀਆਂ ਜ਼ਿੰਮੇਵਾਰ ਨਹੀਂ ਨੇ ਕੰਮ ਦੇ ਵਿੱਚ ਜਿੰਨੇ ਕਿ ਅਨੁਸੂਚਿਤ ਵਰਗ ਦੇ ਨੁਮਾਇੰਦੇ ਜ਼ਿੰਮੇਵਾਰ ਹੈ, ਜਿਨ੍ਹਾਂ ਨੂੰ ਉਹ ਚੁਣ ਕੇ ਭੇਜਦੀਆਂ। ਸਪਸ਼ਟ ਕਰੋ ਇਸ ਗੱਲ ਨੂੰ ਤੁਸੀਂ। ਕਿਉਂਕਿ ਜਦੋਂ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਇਸ ਗੱਲ ਦਾ ਇੱਕ ਹੁੰਦਾ ਹੈ ਕਿ ਵੀ ਸਾਡੇ ਸਮਾਜ ਵਿੱਚੋਂ ਕੋਈ ਨੁਮਾਇੰਦਾ ਅਸੈਂਬਲੀ ਜਾਏਗਾ, ਪਾਰਲੀਮੈਂਟ ਜਾਏਗਾ ਜਾਂ ਲੀਡਰ ਬਣੇਗਾ, ਉਹ ਸਾਡੇ ਹਿੱਤਾਂ ਦੀ ਰਖਵਾਲੀ ਕਰੇਗਾ। ਅਸਲ ਵਿੱਚ ਉਹ ਪਾਰਟੀ ਦੇ ਹਿੱਤਾਂ ਦੇ ਲਈ ਤਰਜੀਹ ਦਿੰਦਾ ਔਰ ਉਹਨਾਂ ਦੇ ਮੁੱਦਿਆਂ ਦੀ ਤਰਜੀਹ ਨਹੀਂ ਦਿੰਦਾ। ਤਾਂ ਉਸ ਦੇ ਨਾਲ ਸਮਾਜ ਵਿੱਚ ਇੱਕ ਜਿਹੜੀ ਪਰਸੈਪਸ਼ਨ ਬਣ ਗਈ ਹੈ ਕਿ ਸਾਡੇ ਸਮਾਜ ਦੀ ਜਿਹੜੀ ਆਵਾਜ਼ ਹੈ, ਉਹ ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਤੋਂ ਵਿਧਾਇਕ ਚੁਣ ਕੇ ਚਲੇ ਜਾਵੇ ਤਾਂ ਉਹ ਸਾਡੀ ਨੁਮਾਇੰਦਗੀ ਨਹੀਂ ਕਰਦਾ। ਇਸ ਕਰਕੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ ਕਿ ਸਾਡੇ ਨਾਲ ਜਿਸ ਤਰ੍ਹਾਂ ਦੇ ਨਾਲ ਪਿਛਲੇ 74 ਸਾਲਾਂ ਦੇ ਵਿੱਚ ਇਹ ਧੱਕਾ ਤੇ ਧੋਖਾ ਹੋ ਰਿਹਾ, ਉਸ ਦੇ ਲਈ ਜਿਹੜੀ ਇੱਕ ਪਾਰਟੀ ਜਿਸ ਦੇ ਵਿੱਚ ਅਸੀਂ ਵੀ ਬਹੁਤ ਲੰਮਾ ਸਮਾਂ ਕੰਮ ਕੀਤਾ, ਬਹੁਜਨ ਸਮਾਜ ਪਾਰਟੀ, ਅਸੀਂ ਵੀ ਇਸੇ ਕਰਕੇ 1984 'ਚ ਆਏ ਸੀ ਕਿ ਉਹ ਪਾਰਟੀ ਦੇ ਵਿੱਚ ਰਲ ਕੇ ਅਸੀਂ ਆਪਣੇ ਸਮਾਜ ਦੀ ਜਿਹੜੀ ਹੈ ਉਹ ਸਹੀ ਨੁਮਾਇੰਦਗੀ ਕਰਾਂਗੇ, ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ। ਲੇਕਿਨ ਉਸ ਦਾ ਦਾਇਰਾ ਜਿਹੜਾ ਉਹ ਇੱਕ ਥਾਂ ਸੀਮਿਤ ਹੋ ਕੇ ਰਹਿ ਗਿਆ, ਕਿਉਂਕਿ ਇਸ ਦੇਸ਼ ਵਿੱਚ ਨੋ ਡਾਊਟ ਕਿ ਜਾਤੀਵਾਦ ਹੈ। ਜਾਤੀਵਾਦ ਦੇ ਆਧਾਰ ਤੇ ਜਿਹੜਾ ਤੁਹਾਡਾ ਅੰਕਲਨ ਕੀਤਾ ਜਾਏਗਾ, ਜਿਹੜਾ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਗੱਲ ਕਰੇਗਾ, ਉਹ ਬੰਦਾ ਕਦੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਨੂੰ ਜਿਹੜੇ ਨੇ ਉਹ ਗੂੰਗੇ ਬਹਿਰੇ ਲੋਕ ਚਾਹੀਦੇ ਨੇ, ਜਿਹੜੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਣ, ਜਿਹੜੇ ਅਨੁਸੂਚਿਤ ਜਾਤੀਆਂ ਦੇ ਲਈ ਜਿਹੜੇ ਕੰਮ ਕਰਦੇ ਨੇ, ਉਹਨਾਂ ਨੂੰ ਕਦੇ ਜਿਹੜੀ ਹੈ ਪਾਰਲੀਮੈਂਟ ਔਰ ਵਿਧਾਨ ਸਭਾ ਦਾ ਮੂੰਹ ਦੇਖਣ ਦਾ ਮੌਕਾ ਨਹੀਂ ਮਿਲਦਾ। ਕਿਉਂਕਿ ਅਸੀਂ ਜਿਹੜੇ ਅੱਜ ਜਿਸ ਮੁੱਦੇ ਤੇ ਪੰਜਾਬ ਦੇ ਵਿੱਚ ਭਖਮੀ ਜਿਹੜੀ ਆ ਉਹ ਬਹਿਸ ਚੱਲ ਰਹੀ ਹੈ ਕਿ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ, ਉਪ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ, ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਜਿਹੜੀ ਕਾਬਲ ਲੀਡਰਸ਼ਿਪ ਹੈ, ਜਿਹੜੀ ਵਾਕਈ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਖਵਾਲੀ ਕਰਨਾ ਚਾਹੁੰਦੀ ਹੈ, ਉਹਨਾਂ ਲੋਕਾਂ ਨੂੰ ਉਹ ਅੱਗੇ ਲੈ ਕੇ ਆਉਣ, ਚਾਹੇ ਉਹ ਸਮਾਜਿਕ ਖੇਤਰ ਦੇ ਵਿੱਚ ਨੇ, ਚਾਹੇ ਉਹ ਧਾਰਮਿਕ ਖੇਤਰ ਦੇ ਵਿੱਚ ਨੇ, ਚਾਹੇ ਉਹ ਰਾਜਨੀਤਿਕ ਖੇਤਰ ਦੇ ਵਿੱਚ ਨੇ। ਇਹ ਆਪਣੇ ਸਿਰਫ ਸਵਾਰਥ ਲਈ
ਨਾ ਇਹਨਾਂ ਅਨੁਸੂਚਿਤ ਜਾਤੀਆਂ ਨੂੰ ਵਰਤਣ, ਕਿਉਂਕਿ ਇਹ ਉਹ ਵਰਗ ਹੈ ਜਿਹੜਾ ਸਦੀਆਂ ਤੋਂ ਦੱਬਿਆ ਕੁਚਲਿਆ ਵਰਗ ਹੈ। ਔਰ ਇਸ ਵਰਗ ਦੇ ਲਈ ਅਸੀਂ ਪੰਜਾਬ ਦੀ ਧਰਤੀ ਤੇ ਜਦੋਂ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਬਹੁਤ ਗੱਲਾਂ ਕੀਤੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਹੁਤ ਗੱਲਾਂ ਕੀਤੀਆਂ, ਲੇਕਿਨ ਉਹਨਾਂ ਨੂੰ ਆਧਾਰ ਬਣਾ ਕੇ ਚੱਲਣ ਵਾਲੀਆਂ ਪਾਰਟੀਆਂ ਨੇ ਅੱਜ ਤੱਕ ਨਾ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਮੰਨਿਆ ਤੇ ਨਾ ਗੁਰੂ ਗੋਬਿੰਦ ਸਾਹਿਬ ਦੀ ਗੱਲ ਨੂੰ ਮੰਨਿਆ। ਗੁਰੂ ਨਾਨਕ ਸਾਹਿਬ ਤਾਂ ਇਹ ਗੱਲ ਕਹਿੰਦੇ ਸੀ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕੇ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਲੇਕਿਨ ਸਾਡੇ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਗਤ ਹੈ, ਲੇਕਿਨ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਤੇ ਕੋਈ ਅਮਲ ਨਹੀਂ ਕਰਨਾ ਚਾਹੁੰਦਾ। ਨਹੀਂ, ਕਾਨੂੰਨ ਦੇ ਵਿੱਚ ਬਰਾਬਰਤਾ ਦਾ ਹੱਕ ਦਿੱਤਾ ਗਿਆ ਹੈ ਜੀ, ਹਰ ਇੱਕ ਜਗ੍ਹਾ ਜਿੰਨਾ ਬਣਦਾ ਹੱਕ ਹੈ। ਬਾਬਾ ਅੰਬੇਡਕਰ, ਭੀਮ ਰਾਓ ਅੰਬੇਡਕਰ ਸਾਹਿਬ ਦੀ ਗੱਲ ਕਰੀ ਤਾਂ ਕਾਨੂੰਨ ਦੇ ਵਿੱਚ ਸਾਰਾ ਕੁਝ ਲਿਖਤੀ ਹੈ ਜੀ। ਤੁਹਾਡੀਆਂ ਸਾਰੀਆਂ ਗੱਲਾਂ ਜਿੰਨੀਆਂ ਵੀ ਹੁਣ ਤੁਸੀਂ ਕੀਤੀਆਂ ਉਹ 'ਚ ਅਸਿੱਧੇ ਰੂਪ ਤੇ ਤੁਸੀਂ ਦੱਸਿਆ ਕਿ ਜੇ ਰਵਾਇਤੀ ਪਾਰਟੀਆਂ ਦੋਸ਼ੀ ਨੇ ਉਹ ਤਾਂ ਚਾਹੁੰਦੀਆਂ ਹੀ ਨਹੀਂ, ਤੇ ਜਿਹੜੇ ਅਸੀਂ ਨੁਮਾਇੰਦੇ ਚੁਣ ਕੇ ਭੇਜਦੇ ਹਾਂ ਇਸ ਵਰਗ ਤੋਂ, ਉਹ ਵੀ ਜਾ ਕੇ ਉਹਨਾਂ ਦੀ ਭਾਸ਼ਾ ਬੋਲਣ ਲੱਗ ਜਾਂਦੇ ਨੇ। ਤੇ ਫਿਰ ਹੁਣ ਇਹਦਾ ਬਦਲ ਕੀ ਹੈ? ਬਦਲ ਜਿਹੜੀਆਂ ਪਾਰਟੀਆਂ ਜਾਂ ਜਿਹੜਾ ਇੱਕ ਖਾਸ ਵਰਗ ਨਹੀਂ ਚਾਹੁੰਦਾ ਇਸ ਵਰਗ ਨੂੰ ਉੱਪਰ, ਤਾਂ ਉਹ ਤਾਂ ਨਹੀਂ ਚਾਹੁੰਦਾ, ਤੇ ਫਿਰ ਜਿਹੜਾ ਵਰਗ ਇੱਕ ਵੱਡਾ ਵਰਗ ਹੈ ਜਿਹੜਾ ਹਰ ਵਾਰੀ ਸੱਤਾ ਬਣਾਉਣ ਦੇ ਵਿੱਚ, ਸੱਤਾ ਪਲਟਾਉਣ ਦੇ ਵਿੱਚ ਜ਼ਿੰਮੇਵਾਰ ਹੈ, ਇਸੇ ਕਰਕੇ ਉਹ 2022 ਲਈ ਇਹ ਉਸ ਵਰਗ ਨੂੰ ਟਾਰਗੇਟ ਕੀਤਾ ਜਾ ਰਿਹਾ, ਨਵੇਂ ਨੁਕਤੇ ਅਪਣਾਏ ਜਾ ਰਹੇ ਨੇ। ਤੇ ਕੀ ਉਸ ਵਰਗ ਦੇ ਵਿੱਚ ਕੋਈ ਐਸਾ ਲੀਡਰ ਨਹੀਂ? ਕਿਉਂ ਪਾਰਟੀਆਂ ਕੋ ਚੁਣਨੀਆਂ, ਲੀਡਰ ਵਰਗ 'ਚ ਖੁਦ ਕਿਉਂ ਨਹੀਂ ਆ ਰਹੇ? ਕਿਉਂਕਿ ਜਦੋਂ ਵੀ ਸਮਾਜ ਦੇ ਵਿੱਚ ਸਮਾਜਿਕ ਚੇਤਨਤਾ ਨਹੀਂ ਵੱਧਦੀ, ਸਮਾਜਿਕ ਲਹਿਰ ਨਹੀਂ ਪੈਦਾ ਹੁੰਦੀ, ਉਦੋਂ ਤੱਕ ਲੀਡਰਸ਼ਿਪ ਨਹੀਂ ਪੈਦਾ ਹੋ ਸਕਦੀ। ਕਿਉਂਕਿ ਜਦੋਂ ਇਹਨਾਂ ਨੂੰ, ਰਾਜਨੀਤਿਕ ਪਾਰਟੀ ਨੂੰ ਇਸ ਗੱਲ ਦਾ ਤਾਂ ਪਤਾ ਹੈ ਕਿ ਇਹਨਾਂ ਦੀ ਜਿਹੜੀ ਹੈ 35% ਦੇ ਕਰੀਬ ਪਾਪੂਲੇਸ਼ਨ ਹੈ, 34 ਵਿਧਾਨ ਸਭਾ ਦੇ ਮੈਂਬਰ ਚੁਣ ਕੇ ਆਉਣੇ ਨੇ, ਇਹਨਾਂ ਗੱਲਾਂ ਤੱਕ ਤਾਂ ਉਹ ਸੀਮਤ ਨੇ। ਜਦੋਂ ਇਹਨਾਂ ਦੀ ਕਾਬਲ ਲੀਡਰਸ਼ਿਪ ਦੀ ਗੱਲ ਹੁੰਦੀ ਹੈ, ਉੱਥੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ। ਉਸ ਦੇ ਉੱਤੇ ਕਈ ਵਾਰ ਅਸੀਂ ਦੇਖਿਆ ਸ਼ਮਸ਼ੇਰ ਸਿੰਘ ਜੀ ਦੁੱਲੋਂ ਬੜੀ ਬੇਬਾਕੀ ਨਾਲ ਬੋਲਦੇ ਨੇ, ਲੇਕਿਨ ਜਿਸ ਤਰੀਕੇ ਨਾਲ ਉਹ ਕਾਂਗਰਸ ਦੇ ਵਿੱਚ ਹਾਸ਼ੀਏ ਤੇ ਨੇ, ਉਹ ਸਾਰਿਆਂ ਨੂੰ, ਸਭ ਨੂੰ ਪਤਾ ਹੈ ਕਿ ਉਹਨਾਂ ਦੀ ਕੋਈ ਗੱਲ ਨੂੰ ਸੁਣਵਾਈ ਨਹੀਂ ਹੁੰਦੀ। ਈਵਨ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਅੱਜ ਤੱਕ 4 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸਰਕਾਰ ਬਣੀ ਨੂੰ, ਇੱਕ ਵਾਰ ਵੀ ਮਿਲਣ ਦਾ ਉਹਨਾਂ ਨੂੰ ਮੌਕਾ ਨਹੀਂ ਦਿੱਤਾ। ਇਸੇ ਤਰੀਕੇ ਨਾਲ ਜਿਹੜੇ ਇਹ ਆਪਣੇ ਨੱਥੂ ਰਾਮ ਜੀ ਵਿਧਾਇਕ ਸੀਗੇ, ਉਹਨਾਂ ਨੂੰ ਕਦੇ ਉੱਥੇ CM ਹਾਊਸ ਜਾਣ ਦਾ ਮੌਕਾ ਨਹੀਂ ਮਿਲਿਆ। ਇਸੇ ਤਰੀਕੇ ਨਾਲ ਜਿਹੜੇ ਅਮਰਗੜ੍ਹ ਤੋਂ ਵਿਧਾਇਕ ਨੇ ਬੈਕਵਰਡ ਕਲਾਸਿਸ ਦੇ, ਉਹਨਾਂ ਨੂੰ ਧਮਾਨ ਜੀ ਨੂੰ ਮੌਕਾ ਨਹੀਂ ਮਿਲਿਆ। ਇਹ ਅਪਮਾਨਿਤ ਹੋ ਕੇ ਆ ਰਹੇ ਨੇ, ਲੇਕਿਨ ਇਹ ਜਦੋਂ ਸਾਰਾ ਕੁਝ ਸਮਝਦੇ ਨੇ, ਇਹ ਲੀਡ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਆਪਣੇ ਪਲੇਟਫਾਰਮ ਦੇ ਉੱਤੇ ਗੱਲ ਵੀ ਕਰਦੇ ਨੇ, ਲੇਕਿਨ ਰਾਜਨੀਤਿਕ ਪਾਰਟੀਆਂ ਇਹਨਾਂ ਦੀ ਵੀ ਕਿਤੇ ਸੁਣਵਾਈ ਨਹੀਂ ਕਰਦੀ। ਇਹਨਾਂ ਦਾ ਇੱਕੋ ਇੱਕ ਹੱਲ ਹੈ ਕਿ ਜਦੋਂ ਤੱਕ ਸਮਾਜਿਕ ਲਹਿਰ, ਸਮਾਜਿਕ ਚੇਤਨਤਾ ਇਹਨਾਂ ਵਿੱਚ ਨਹੀਂ ਲੈ ਕੇ ਆਈ ਜਾਏਗੀ, ਉਦੋਂ ਤੱਕ ਇਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਪੈਦਾ ਨਹੀਂ ਹੋਏਗੀ। ਬਿਨਾਂ ਲੀਡਰਸ਼ਿਪ ਤੋਂ ਰਾਜਨੀਤਿਕ ਪਾਰਟੀਆਂ ਇਹਨਾਂ ਦੇ ਹਿੱਤਾਂ ਦਾ ਇਸੇ ਤਰੀਕੇ ਨਾਲ ਘਾਣ ਕਰਦੀਆਂ ਰਹਿਣਗੀਆਂ, ਇਸੇ ਤਰੀਕੇ ਨਾਲ ਇਹਨਾਂ ਦਾ ਜਿਹੜਾ ਸ਼ੋਸ਼ਣ ਕਰਦੀਆਂ ਰਹਿਣਗੀਆਂ। ਕਿਉਂਕਿ ਚੰਨੀ ਜੀ ਵੀ ਬਹੁਤ ਵਾਰ ਕਹਿੰਦੇ ਨੇ ਕਿ ਮੇਰੀ ਕਿਤੇ ਸੁਣਵਾਈ ਨਹੀਂ ਹੈ, ਕਿ ਕੈਬਨਿਟ 'ਚ ਹੈਗੇ ਤੇ ਕੈਬਨਿਟ ਮਿਨਿਸਟਰ ਬਣ ਗਏ ਨੇ। ਕੈਬਨਿਟ ਮਿਨਿਸਟਰ ਬਣਨ ਤੋਂ ਬਾਅਦ ਵੀ, ਚਾਹੇ ਸਾਧੂ ਸਿੰਘ ਜੀ ਧਰਮਸੋਤ ਨੇ, ਚਾਹੇ ਅਰੁਣਾ ਚੌਧਰੀ ਜੀ ਨੇ, ਜਾਂ ਕੈਬਨਿਟ ਸਟੇਟਸ ਹੈ ਜਿਹੜਾ ਆਪਣਾ ਇਹਨਾਂ ਦਾ ਰਾਜਕੁਮਾਰ ਵੇਰਕਾ ਜੀ ਦਾ, ਜਦੋਂ ਕਿ ਤੁਸੀਂ ਇਹ ਗੱਲ ਦੇਖੋ ਕਿ ਇਹਨਾਂ ਦੇ 22 ਵਿਧਾਇਕ ਨੇ ਕਾਂਗਰਸ ਪਾਰਟੀ ਦੇ, ਜਦੋਂ ਅਨੁਸੂਚਿਤ ਜਾਤੀਆਂ ਦਾ ਮੁੱਦਾ ਹੁੰਦਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਸੀ, ਤਾਂ ਇਹ ਬੰਦੇ ਸਾਰੇ ਸਾਇਲੈਂਟ ਸੀਗੇ। ਚਲੋ ਮੈਂ ਇੱਕ ਚੀਜ਼ ਐਡ ਕਰਦਾ, ਤੁਸੀਂ ਕਹਿੰਦੇ ਵੀ ਨੁਮਾਇੰਦਿਆਂ ਦੀ ਸੁਣੀ ਨਹੀਂ ਜਾਂਦੀ। ਸ਼ਮਸ਼ੇਰ ਸਿੰਘ ਦੁੱਲੋ ਦੀ ਗੱਲ ਕਰੀਏ, ਉਹ ਪ੍ਰਧਾਨ ਰਹੇ ਨੇ ਪਾਰਟੀ ਦੇ, ਮਿਨਿਸਟਰ ਵੀ ਰਹੇ ਨੇ। ਪ੍ਰਧਾਨ ਕੋਲ ਤਾਂ ਇੱਕ ਵੱਡੀ ਪਾਵਰ ਹੁੰਦੀ ਹੈ, ਉਦੋਂ ਉਹਨਾਂ ਨੇ ਕਿਉਂ ਨਹੀਂ ਕੀਤਾ? ਜਦੋਂ ਜਾਂ ਇਹ ਜਾਂ ਕੁਝ ਕੀ ਕੀਤਾ ਜਿਹੜਾ ਫਿਰ ਹਾਸ਼ੀ ਤੇ ਚਲੇ ਗਏ? 2000 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਜਿਹੜੀ ਕਾਂਗਰਸ ਸਰਕਾਰ ਹੈ, ਸੱਤਾ 'ਚ ਆਈ। ਸੱਤਾ 'ਚ ਆ ਕੇ ਉਹਨਾਂ ਨੇ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਇੱਕ ਪਾਸੇ ਜਿਹੜਾ ਉਹ ਜੱਟ ਵਰਗ ਹੋਵੇ ਤੇ ਦੂਜੇ ਪਾਸੇ ਜਿਹੜਾ ਦਲਿਤ ਵਰਗ ਹੋਵੇ। ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਈਗੋ ਆ ਗਈ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸ਼ਮਸ਼ੇਰ ਸਿੰਘ ਦੁੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ, ਲੇਕਿਨ ਉਹਨਾਂ ਦੀ ਇੱਕ ਵੀ ਸੁਣਵਾਈ ਨਹੀਂ ਸੀ। ਈਵਨ ਕਿ ਥਾਣੇ ਦਾ SHO ਵੀ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀਗਾ। ਜਿਸ ਤਰ੍ਹਾਂ ਦੇ ਹਾਲਾਤ ਸੱਤਾ ਦੇ ਵਿੱਚ ਖੁਦ ਵੀ ਬਣਾਉਣਾ ਪੈਂਦਾ ਜੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ 'ਚ ਜਾਗਰੂਕਤਾ ਘੱਟ ਹੈ, ਉੱਤੇ ਜਾ ਕੇ ਫਿਰ ਆਪਦੇ ਦੁਬਾਰਾ ਉਸੇ ਸੀਟ ਨੂੰ ਆਉਣ ਵਾਸਤੇ ਇਹਨਾਂ ਦਾ ਲਾਲਚ ਲੈ ਬੈਠਦਾ।
ਇਹ ਕਮਜ਼ੋਰੀਆਂ ਦੂਰ ਤਾਂ ਫਿਰ ਵਰਗ ਖੁਦ ਹੀ ਕਰੂਗਾ ਨਾ ਜੀ। ਨਹੀਂ ਦੇਖੋ ਕਿਉਂਕਿ ਜਿੰਨਾ ਹੁਣ ਇੱਕ ਗੱਲ ਮੈਂ ਤੁਹਾਨੂੰ ਐਡ ਕਰਦਾ ਜੀ, ਬਹੁਜਨ ਸਮਾਜ ਪਾਰਟੀ ਜਿਨ੍ਹਾਂ ਨਾਲ ਤੁਸੀਂ ਵੀ ਕਾਫੀ ਸਮਾਂ ਰਹੇ ਹੋ, ਕੀ ਉਹ ਪਾਰਟੀ ਪੰਜਾਬ ਤੋਂ ਚੱਲ ਕੇ ਸੈਂਟਰ ਨਹੀਂ ਪਹੁੰਚੀ? 4 ਤੋਂ 5 ਵਾਰੀ ਮਾਇਆਵਤੀ ਸਭ ਤੋਂ ਵੱਡੀ ਸਟੇਟ ਜਿਹੜੀ ਕੇਂਦਰ ਦੀ ਸਰਕਾਰ ਨੂੰ, ਦੇਸ਼ ਦੀ ਸੱਤਾ ਨੂੰ ਪ੍ਰਭਾਵਿਤ ਕਰਦੀ ਹੈ, ਉੱਥੇ ਮੁੱਖ ਮੰਤਰੀ ਨਹੀਂ ਬਣੀ। ਇਹ ਤਾਂ ਫਿਰ ਕਿਤੇ ਨਾ ਕਿਤੇ ਲੀਡਰਾਂ ਦਾ ਫਿਰ ਆਪਦਾ ਹੀ ਦੋਸ਼ ਹੋਇਆ, ਪਾਰਟੀਆਂ ਦੋਸ਼ ਕੀ ਹੋਇਆ? ਜੇ ਹੁਣ ਤੁਸੀਂ ਕਹਿੰਦੇ ਹੋ ਕਾਂਗਰਸ ਦੇ ਵਿੱਚ ਇਹ ਇੰਨਾ ਕੁਛ ਹੈ, ਜਿਹੜੀ ਕਹਿੰਦੀ ਹੈ ਮੈਂ ਅਨੁਸੂਚਿਤ ਜਾਤੀ ਵਰਗ ਦੀ ਹਮਾਇਤੀ ਪਾਰਟੀ ਹੈ, ਲੰਬੇ ਸਮੇਂ ਤੋਂ ਹਮਾਇਤੀ ਪਾਰਟੀ ਹੈ। ਅਕਾਲੀ ਦਲ ਕਹਿ ਰਿਹਾ ਕਿ ਅਸੀਂ ਹਰ ਟਾਈਮ ਇਹਨਾਂ ਨੂੰ ਲੀਡਰੀਆਂ ਦਿੱਤੀਆਂ ਗਈਆਂ। ਗੁਰਦੇਵ ਬਾਦਲ ਦੀ ਗੱਲ ਕਰਦੇ ਨੇ, ਉਹ ਆਪਣੇ ਦੌਰਾ ਸਿੰਘ ਗੁਰੂ ਦੀ ਗੱਲ ਕਰਦੇ ਨੇਗੇ, ਉਹ ਕਹਿੰਦੇ ਹਰ ਟਾਈਮ ਇਹਨਾਂ ਨੂੰ ਯਾਨੀ ਕਿ ਉਹ ਅਹੁਦੇ ਦਿੱਤੇ ਨੇ ਜਿਹੜੇ ਖਾਸ ਇਕਨੋਮੀ ਨੂੰ ਪੰਜਾਬ ਦੀ ਨੂੰ ਪ੍ਰਭਾਵਿਤ ਕਰਦੇ ਨੇ। ਤੇ ਭਾਜਪਾ ਤੋਂ ਫਿਰ ਤੁਸੀਂ ਕੀ ਉਮੀਦ ਰੱਖਦੇ ਹੋ? ਭਾਜਪਾ ਨੇ ਤਾਂ ਸੀਐਮ ਕਿਹਾ ਹੈ। ਕਿਉਂਕਿ ਤੁਹਾਡੀਆਂ ਸਾਰੀਆਂ ਗੱਲਾਂ ਇਹ ਤਸਦੀਕ ਕਰਦੀਆਂ ਨੇ। ਦੁਬਾਰਾ ਫੇਰ ਕਹੂੰਗਾ, ਤੁਸੀਂ ਉਹਨੂੰ ਸਪਸ਼ਟ ਕਰੋ ਵੀ ਤੁਸੀਂ ਸਿਆਸੀ ਧਿਰਾਂ ਨੂੰ ਛੱਡ ਕੇ ਆਪਦੇ ਵਰਗ ਨੂੰ ਹੀ ਦੋਸ਼ੀ ਮੰਨ ਰਹੇ ਹੋ, ਜਿਹੜਾ ਕਿਤੇ ਨਾ ਕਿਤੇ ਉੱਪਰ ਜਾ ਕੇ ਆਪਦੇ ਮੁਫਾਜ਼ਾਂ ਦੇ ਵਿੱਚ ਉੱਥੇ ਉਲਝ ਕੇ ਰਹਿ ਜਾਂਦਾ, ਡੰਮੀ ਬਣ ਕੇ ਰਹਿ ਜਾਂਦਾ। ਲਾਸਟ ਕੁਐਸਚਨ ਦਾ ਤੁਸੀਂ ਸਪਸ਼ਟ ਜਿਹਾ ਜਵਾਬ ਦੇ ਦਿਓ, ਜਿਹੜਾ ਹੁਣ ਤੁਹਾਨੂੰ ਕਿਹਾ ਕਿ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਜਦੋਂ ਤੱਕ ਅਨੁਸੂਚਿਤ ਜਾਤੀ ਸਮਾਜ ਵਿੱਚੋਂ ਯੋਗ ਲੀਡਰਸ਼ਿਪ ਨਹੀਂ ਪੈਦਾ ਹੋਏਗੀ, ਕਿਉਂਕਿ ਲੀਡਰਲੈਸ ਸਮਾਜ ਹੈ, ਕਿਉਂਕਿ ਬਹੁਜਨ ਸਮਾਜ ਪਾਰਟੀ ਜਿਸ ਤਰੀਕੇ ਨਾਲ ਉਭਾਰ ਹੋਇਆ ਸੀ ਉਸੇ ਤਰੀਕੇ ਨਾਲ ਉਹ ਗਿਰਾਵਟ ਵੱਲ ਵੀ ਗਿਆ। ਕਾਰਨ ਕੀ ਸੀ ਕਿ ਯੂਪੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਸੱਤਾ 'ਚ ਆਈ, ਲੇਕਿਨ ਪੰਜਾਬ ਦੇ ਵਿੱਚ ਜਿਹੜਾ ਅਨੁਸੂਚਿਤ ਜਾਤੀ ਵਰਗ ਹੈ ਉਹ ਬਿਨਾਂ ਸਮਝੌਤੇ ਤੋਂ ਅੱਗੇ ਨਹੀਂ ਵਧ ਸਕਦਾ। ਸਭ ਤੋਂ ਜ਼ਿਆਦਾ ਫੀਸਦ ਪੰਜਾਬ ਦੇ ਵਿੱਚ ਹੈ ਇਸ ਵਰਗ ਦੀ। ਔਰ ਇਸ ਸਮਾਜ ਦੇ ਵਿੱਚ ਜਿਹੜੇ ਵੱਖੋ ਵੱਖਰੀ ਜਾਤੀਆਂ ਨੇ ਉਹਨਾਂ ਦੇ ਆਪਣੇ ਵਖਰੇਵੇਂ ਨੇ, ਔਰ ਵਖਰੇਵਿਆਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਉਹਨਾਂ ਦਾ ਸਿਆਸੀ ਲਾਹਾ ਲੈਂਦੀਆਂ ਨੇ, ਉਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਖੜੇ ਕਰਕੇ ਰੱਖਦੀਆਂ ਨੇ, ਔਰ ਜਿਹਦੇ ਕਾਰਨ ਜਿਹੜੀ ਹੈ ਅਨੁਸੂਚਿਤ ਜਾਤੀਆਂ ਦੀ ਤਾਕਤ ਹੈ ਉਹ ਕਮਜ਼ੋਰ ਹੁੰਦੀ ਹੈ। ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਵੀ ਕਿਹਾ ਸੀ ਕਿ ਰਾਜਨੀਤਿਕ ਸੱਤਾ ਇੱਕ ਐਸੀ ਚਾਬੀ ਹੈ ਜਿਸ ਨੂੰ ਲਾਓ ਤੁਸੀਂ ਖੁੱਲ੍ਹ ਜਾਓਗੇ, ਤਾਲਾ ਖੁੱਲ੍ਹ ਜਾਏਗਾ। ਲੇਕਿਨ ਰਾਜਨੀਤਿਕ ਸੱਤਾ ਦੀ ਜਿਹੜੀ ਜਾਗਰਤੀ ਹੈ ਉਹ ਅਨੁਸੂਚਿਤ ਸਮਾਜ ਦੇ ਵਿੱਚ ਜਿਹੜੀ ਹੈ ਉਹ ਘੱਟ ਹੈ, ਜਿਹਦੇ ਕਾਰਨ ਜਦ ਅਸੀਂ ਜਿਹੜਾ ਰਾਜਨੀਤਿਕ ਤੌਰ ਤੇ ਵੀ ਹਾਸ਼ੀਏ ਦੇ ਵਿੱਚ ਹਾਂ, ਔਰ ਸਮਾਜਿਕ ਤੌਰ ਤੇ ਵੀ ਹਾਸ਼ੀਏ ਦੇ ਵਿੱਚ ਹਾਂ, ਔਰ ਆਰਥਿਕ ਤੌਰ ਤੇ ਵੀ ਹਾਸ਼ੀਏ ਦੇ ਵਿੱਚ ਹੈ। ਜਿਹੜਾ ਸਾਡੇ ਸਮਾਜ ਦੇ ਵਿੱਚੋਂ ਜਿਹੜਾ ਅੱਗੇ ਵੱਧ ਜਾਂਦਾ ਹੈ ਉਹ ਅਨੁਸੂਚਿਤ ਜਾਤੀ ਵਰਗ ਨੂੰ ਭੁੱਲ ਜਾਂਦਾ ਹੈ, ਜਿਹਦੇ ਕਾਰਨ ਜਿਹੜਾ ਅਨੁਸੂਚਿਤ ਜਾਤੀ ਵਰਗ ਦੀ ਤਰਾਸਦੀ ਹੈ ਇਹ ਕਿ ਉਸ ਸਮਾਜ ਵਿੱਚ ਅਸੀਂ ਪੈਦਾ ਹੋਏ ਹਾਂ, ਜਿਹੜਾ ਸਮਾਜ ਦੇ ਵਿੱਚੋਂ ਜਿਹੜੀਆਂ ਸਿੱਖ ਧਰਮ ਦੇ ਲਈ ਕੁਰਬਾਨੀਆਂ ਕੀਤੀਆਂ। ਤੁਸੀਂ ਫਲਸਫੇ ਤੇ ਫੇਰ ਆ ਗਏ। ਮੈਂ ਤੁਹਾਨੂੰ ਇੱਕ ਮੌਜੂਦਾ ਸਥਿਤੀ ਤੇ ਕਹਿ ਰਿਹਾ ਸੀ, ਫਲਸਫਾ ਤਾਂ ਬਹੁਤ ਵੱਡਾ ਪੰਜਾਬ ਦਾ, ਫਲਸਫਾ ਤਾਂ ਬਹੁਤ ਵੱਡਾ ਸਾਡੇ ਧਰਮ ਦਾ, ਫਲਸਫਾ ਤਾਂ ਸਾਡਾ ਬਹੁਤ ਵੱਡਾ ਸਿਆਸਤ ਦੇ ਵਿੱਚ ਵੀ ਹੈਗਾ। ਪਰ ਗੱਲ ਇਹ ਹੈ ਨਾ, ਤੁਹਾਡਾ ਹਰ ਕੁਐਸਚਨ ਦਾ ਜਵਾਬ ਇੱਕੋ ਜਗ੍ਹਾ ਜਾ ਰਿਹਾ ਹੈ ਕਿ ਜਿਹੜਾ ਵਰਗ ਹੈ ਵੱਡਾ ਖੁਦ ਆਪ ਹੀ ਹੈ। ਹੁਣ ਤਾਂ ਲਿਟਰੇਸੀ ਰੇਟ ਵੀ ਬਹੁਤ ਵੱਧ ਗਿਆ ਇਸ ਵਰਗ ਦਾ, ਫਿਰ ਵੀ ਜਾਗਰੂਕਤਾ ਨਹੀਂ ਆਈ। ਕਾਨੂੰਨ ਦੇ ਵਿੱਚ ਤੁਹਾਡਾ ਰਾਈਟ, ਆਪਣਾ ਸੱਤਾ ਦੇ ਵਿੱਚ ਤੁਹਾਡਾ ਰਾਈਟ, ਤੇ ਲੈਣਾ ਤਾਂ ਆਪਾਂ ਹੀ ਹੈ ਨਾ ਜੀ। ਮਾਹੌਲ ਦੂਸਰਾ ਥੋੜੀ ਜਿਹੀ ਛੱਡੂਗਾ ਸੀਟ। ਹੁਣ ਜੇ ਇੱਕ ਚਲੋ ਆਪਾਂ, ਤੁਸੀਂ ਫਲਸਫੇ 'ਚ ਜ਼ਿਆਦਾ ਵਿਸ਼ਵਾਸ ਰੱਖਦੇ ਹੋ, ਅੰਕੜਿਆਂ ਤੇ ਬਹੁਤ ਘੱਟ ਆ ਰਹੇ ਹੋ। ਹੁਣ ਮੈਨੂੰ ਦੱਸੋ, ਜੇ ਪਾਰਟੀਆਂ ਅਨਾਉਂਸ ਕਰ ਰਹੀਆਂ ਨੇ, ਤੁਸੀਂ ਮੰਨਦੇ ਹੋ ਜੇ ਕੋਈ ਪਾਰਟੀ ਸੱਤਾ 'ਚ ਆਉਂਦੀ ਹੈ, ਮੰਨ ਲਓ ਡਿਪਟੀ ਸੀਐਮ ਵੀ ਬਣ ਗਿਆ ਦਲਿਤ, ਤੇ ਤੁਹਾਡੀ ਗੱਲਾਂ ਦੇ ਮੁਤਾਬਕ ਤਾਂ ਉਹਨੇ ਉੱਥੇ ਵੀ ਜਾ ਕੇ ਕੰਮ ਨਹੀਂ ਕਰਨਾ। ਠੀਕ ਹੈ ਗੱਲ, ਮੋਮ ਦੀ ਕੁੜੀ ਰਹੋ। ਲੇਕਿਨ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸੱਤਾ ਦੇ ਵਿੱਚ ਹਿੱਸੇਦਾਰੀ ਬਰਾਬਰ ਦੀ ਹਿੱਸੇਦਾਰੀ ਹੈ, ਦੇਖੋ ਸੰਵਿਧਾਨਕ ਹੱਕ ਤੁਹਾਨੂੰ ਬਰਾਬਰ ਨੇ, ਪ੍ਰਸ਼ਾਸਨਿਕ ਤੁਸੀਂ ਲੈ ਸਕਦੇ ਹੋ, ਹਰ ਜਗ੍ਹਾ ਹੱਕ ਬਰਾਬਰ ਨਹੀਂ। ਫਿਰ ਇਹ ਜਿਹਾ ਕੀ ਹੈ ਤੁਹਾਡੇ ਲਈ? ਇੱਕ ਮਿਸਾਲ ਦੇ ਤੌਰ ਤੇ ਪਾਰਟੀ ਹੈ, ਬਹੁਤ ਜ਼ਮੀਨੀ ਪੱਧਰ ਤੋਂ ਚੱਲੀ ਪਾਰਟੀ ਹੈ, ਕਾਂਸ਼ੀ ਰਾਮ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਬਾਬਾ ਸਾਹਿਬ ਤੋਂ ਬਾਅਦ ਉਹਨਾਂ ਦਾ ਨਾਮ ਆਉਂਦਾ ਹੈ। ਉਹਨਾਂ ਨੇ ਉੱਥੋਂ ਲਿਜਾ ਕੇ ਪਾਰਟੀ ਫਿਰ ਉੱਥੇ ਯੂਪੀ ਸਿਮਟ ਕੇ ਰਹਿ ਗਈ। ਉੱਥੇ 4 ਤੋਂ 5 ਵਾਰੀ ਮੇਰੇ ਹਿਸਾਬ ਨਾਲ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣੇ ਨੇ ਉਹ, ਤੇ ਇੱਥੇ ਕਿਉਂ ਨਹੀਂ? ਇੱਥੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਫੀਸਦੀ 'ਚ ਵਰਗ ਹੈ, ਕਹੋ ਕਿਉਂ? ਕਿਉਂਕਿ ਦੋ ਲੈਣਾ 'ਚ ਵੱਡੀ ਨਹੀਂ ਗੱਲ ਕਰ, ਬੜਾ ਸਪਸ਼ਟ ਹੈ ਕਿ ਪੰਜਾਬ ਦੇ ਵਿੱਚ ਜਦੋਂ ਅਸੀਂ ਸਿਆਸੀ ਮਾਹੌਲ ਦੇ ਉੱਤੇ ਚਰਚਾ ਕਰ ਰਹੇ ਹਾਂ, ਉਸ ਮਾਹੌਲ ਦੇ ਵਿੱਚ ਅਨੁਸੂਚਿਤ ਜਾਤੀ ਜਿਹੜਾ ਸਮਾਜ ਹੈ, ਉਸ ਅਨੁਸੂਚਿਤ ਸਮਾਜ ਦੇ ਵਰਗ ਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਗੱਲ ਕਰਨੀ ਪਏਗੀ। ਤਾਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਸਨਮਾਨ ਵੀ ਦੇਣਗੀਆਂ, ਉਹਨਾਂ ਦੀ ਆਵਾਜ਼ ਨੂੰ ਸੁਣਿਆ ਵੀ ਜਾਏਗਾ। ਜਦੋਂ ਤੁਹਾਡਾ ਕਹਿਣ ਦਾ ਮਤਲਬ ਹੱਕਾਂ ਨੂੰ ਖੁਦ ਮੰਗਣਾ ਪੈਣਾ ਹੈ ਤੇ ਉੱਥੇ ਪਹਿਰਾ ਦੇਣਾ ਪੈਣਾ ਹੈ।
ਫਿਰ ਮੈਂ ਦੁਬਾਰਾ ਕਰਦਾ ਤੁਹਾਨੂੰ ਗੱਲ, ਜੇ ਦਲ ਸੀਐਮ ਜਾਂ ਡਿਪਟੀ ਸੀਐਮ ਕੋਈ ਪਾਰਟੀ ਬਣਾ ਦਿੰਦੀ ਹੈ ਤਾਂ ਉੱਥੇ ਕੀ ਤੁਹਾਡੇ ਗੱਲਾਂ ਮੁਤਾਬਕ ਚੱਲੇਗਾ ਉਹ ਨੁਮਾਇੰਦਾ, ਜਾਂ ਉਹ ਉਸ ਵਰਗ ਦੀ ਗੱਲ ਕਰੇਗਾ? ਤੁਸੀਂ ਕੀ ਉਮੀਦ ਰੱਖਦੇ ਹੋ? ਪਾਰਟੀਆਂ ਨੇ ਤਾਂ ਕਹਿਤਾ, ਉਹਨਾਂ ਨੂੰ ਦੇਣਾ ਵੀ ਪੈਣਾ, ਤਾਂ ਇੱਕ ਲਾਈਨ 'ਚ ਦੱਸਣਾ। ਅਸੀਂ ਇਸ ਗੱਲ ਦੇ ਲਈ ਉਹਨਾਂ ਪਾਰਟੀਆਂ ਦਾ ਸਵਾਗਤ ਵੀ ਕਰਦੇ ਹਾਂ ਕਿ ਜਿਹੜੀਆਂ ਪਾਰਟੀਆਂ ਕਹਿੰਦੀਆਂ ਕਿ ਮੁੱਖ ਮੰਤਰੀ ਬਣਾਵਾਂਗੇ, ਉਪ ਮੁੱਖ ਮੰਤਰੀ ਬਣਾਵਾਂਗੇ, ਤਾਂ ਅਸੀਂ ਆਸ ਕਰਦੇ ਹਾਂ ਕਿ ਉਸ ਨੁਮਾਇੰਦੇ ਨੂੰ ਅੱਗੇ ਲੈ ਕੇ ਆਉਣ ਜਿਹਨੂੰ ਸਮਾਜਿਕ ਕਦਰਾਂ ਕੀਮਤਾਂ ਦੀ, ਸਮਾਜ ਦੀ ਜਿਹੜੀ ਚੇਤਨਤਾ ਹੈ ਉਸ ਬਾਰੇ ਪਤਾ ਹੋਵੇ ਔਰ ਸਮਾਜ ਦੀ ਨੁਮਾਇੰਦਗੀ ਕਰਨ ਦੀ ਉਹਦੇ ਵਿੱਚ ਇੱਛਾ ਸ਼ਕਤੀ ਹੋਵੇ। ਐਸੇ ਸਮਾਜ ਨੂੰ ਅਗਰ ਉਹ ਅੱਗੇ ਲੈ ਕੇ ਆਉਣਗੇ ਤਾਂ ਇਹ ਪੱਕੇ ਤੌਰ ਤੇ, ਯਕੀਨੀ ਤੌਰ ਤੇ ਕਹਿ ਸਕਦੇ ਹਾਂ ਕਿ ਸਮਾਜ ਜਿਹੜਾ ਉਹ ਅੱਗੇ ਵਧੇਗਾ ਔਰ ਸਮਾਜ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਨੂੰ ਜਿਹੜੀ ਇੱਛਾ ਸ਼ਕਤੀ ਵਧੇਗੀ ਔਰ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਵੀ ਹੋਏਗੀ। ਇਹ ਜਿਹੜਾ ਵਿਅਕਤੀ ਆ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ। ਤੁਸੀਂ ਤਾਂ ਪਾਰਟੀ ਤੇ ਫਿਰ ਛੱਡਤਾ, ਕੀ ਵਰਗ ਦੀ ਆਪਦੀ ਜ਼ਿੰਮੇਵਾਰੀ ਨਹੀਂ? ਤੇ ਉਹ ਫਿਰ ਪਾਰਟੀ ਤੇ ਛੱਡਤਾ। ਜੇ ਪਾਰਟੀ ਤੇ ਛੱਡਤਾ ਤਾਂ ਪਾਰਟੀ ਨੇ ਆਪਦੇ ਹਿਸਾਬ ਨਾਲ ਹੀ ਕਰਨਾ, ਜਿਹੜੀ ਤੁਸੀਂ ਪਹਿਲਾਂ ਹੁਣ ਤੱਕ ਗੱਲ ਕੀਤੀ। ਦੇਖੋ, ਜਿਹੜਾ ਮੈਂ ਤੁਹਾਨੂੰ ਇੱਕ ਗੱਲ ਬੜੀ ਸਪਸ਼ਟ ਕਹਿਣੀ ਚਾਹੁੰਦਾ ਕਿ ਸਮਾਜ ਇਸ ਗੱਲ ਦੇ ਉੱਤੇ ਚਰਚਾ ਤੇ ਚਿੰਤਾ ਕਰ ਰਿਹਾ ਕਿ ਅਸੀਂ ਕਿਸ ਵਰਗ, ਕਿਸ ਪਾਰਟੀ ਨੂੰ ਆਪਣਾ ਜਿਹੜਾ ਸਮਰਥਨ ਦਈਏ ਕਿ ਜਿਸ ਦੇ ਵਿੱਚ ਸਾਡੇ ਸਮਾਜ ਦੇ ਲੋਕਾਂ ਦੀ ਸਹੀ ਨੁਮਾਇੰਦਗੀ ਹੋਵੇ। ਉਹ ਬੜਾ ਗੌਰ ਕਰ ਰਿਹਾ ਕਿਉਂਕਿ ਇਲੈਕਸ਼ਨ ਦੇ ਵਿੱਚ ਥੋੜਾ ਸਮਾਂ ਰਹਿ ਗਿਆ, ਲੇਕਿਨ ਸਮਾਜ ਜਿਹੜਾ ਇਸ ਦੇ ਉੱਤੇ ਚਰਚਾ ਤੇ ਚਿੰਤਨ ਕਰਕੇ ਉਸ ਪਾਰਟੀ ਦਾ ਪੂਰਨ ਸਮਰਥਨ ਕਰੇਗਾ ਜਿਹੜੀ ਇਹਨਾਂ ਦੇ ਨੁਮਾਇੰਦਿਆਂ ਨੂੰ ਸਹੀ ਨੁਮਾਇੰਦਗੀ ਵੀ ਦੇਗੀ ਔਰ ਵਧੀਆ ਸੋਚ ਵਾਲੇ ਵਿਅਕਤੀਆਂ ਨੂੰ ਅੱਗੇ ਲੈ ਕੇ ਆਏਗੀ, ਜਿਸ ਦੇ ਨਾਲ ਸਮਾਜ ਦਾ ਕਿਸ ਪਾਰਟੀ ਨਾਲ ਚੱਲੇਗਾ ਸਮਾਜ, ਵਿਚਾਰਾਂ ਕਿਸ ਪਾਰਟੀ ਦੀਆਂ ਚੱਲ ਰਹੀਆਂ? ਕਿਉਂਕਿ ਵਿਚਾਰਕ ਧਾਰਕ ਤੌਰ ਤੇ ਜਿਹੜੀ ਵੀ ਪਾਰਟੀ ਇਹਨਾਂ ਦੇ ਹੱਕਾਂ ਦੀ ਸਹੀ ਨੁਮਾਇੰਦਗੀ ਕਰਨ ਦੀ ਹਾਮੀ ਭਰੇਗੀ ਉਸ ਦੇ ਨਾਲ ਨੇ ਭਰੀ ਹੈ ਜੀ, ਤਿੰਨਾਂ ਪਾਰਟੀ ਨੇ ਭਰੀ ਹੈ। ਤੁਹਾਨੂੰ ਕਿਹੜੀ ਪਾਰਟੀ ਅੱਛੀ ਲੱਗਦੀ ਹੈ ਦੱਸੋ, ਜਾਂ ਕਿਹਦੇ ਨਾਲ ਜਾ ਸਕਦਾ ਸਮਾਜ? ਜਿਹੜੀਆਂ ਸਮਾਜ ਹੱਲੇ ਤਾਂ ਦੇਖੋ ਚਰਚਾਵਾਂ ਨੇ, ਹਲੇ ਚਰਚਾਵਾਂ ਹੀ ਚੱਲ ਰਹੀਆਂ ਨੇ, ਹਲੇ ਨੁਮਾਇੰਦਿਆਂ ਨੂੰ ਅੱਗੇ ਲੈ ਕੇ ਆਉਣ ਵਾਲੀ ਕੋਈ ਚਰਚਾ ਨਹੀਂ ਹੈ। ਨੁਮਾਇੰਦੇ ਵਾਲੇ ਨਹੀਂ, ਉਹਨਾਂ ਨੇ ਕਹਿਤਾ ਵੀ ਅਸੀਂ ਸਾਡਾ ਚਿਹਰਾ ਹੋਏਗਾ, ਪਰ ਇੱਕ ਇਸ ਵੱਡੇ ਵਰਗ ਨੂੰ ਜੇ ਉਹਨਾਂ ਨੇ ਚਰਚਾ ਸ਼ੁਰੂ ਕੀਤੀ ਹੈ, ਵਰਗ 'ਚ ਵੀ ਚਰਚਾ ਹੋਈ ਵਰਗ ਵਿੱਚ ਚਰਚਾਵਾਂ ਹੋ ਰਹੀਆਂ ਨੇ, ਜਾ ਸਕਦੇ ਹਾਂ ਕਿਉਂਕਿ ਵਰਗ ਦੇ ਵਿੱਚ ਚਰਚਾਵਾਂ ਇਸ ਦੇ ਲਈ ਚੱਲ ਰਹੀਆਂ ਨੇ ਕਿ ਅਸੀਂ ਉਪ ਮੁੱਖ ਮੰਤਰੀ ਬਣਾਉਣਾ ਕਿ ਮੁੱਖ ਮੰਤਰੀ ਬਣਾਉਣਾ, ਕਿਉਂਕਿ ਜਿਹੜਾ ਜ਼ਿਆਦਾ ਲੋਕਾਂ ਦਾ ਓਪੀਨੀਅਨ ਹੈ ਉਹ ਮੁੱਖ ਮੰਤਰੀ ਦੇ ਭਾਜਪਾ ਵੱਲ ਜਾਏਗਾ ਵਰਗ। ਜੇ ਦੇਖੋ, ਹੋ ਸਕਦਾ ਕਿ ਕੱਲ ਨੂੰ ਕਾਂਗਰਸ ਪਾਰਟੀ ਵੀ ਉਸ ਦਾ ਜਿਹੜਾ ਐਲਾਨ ਕਰਦਾ ਹੈ ਕਿ ਅਸੀਂ ਕਾਂਗਰਸ ਦਾ ਤਾਂ ਆਪਦਾ ਰੌਲਾ ਪਿਆ ਜੀ। ਦੇਖੋ ਜੀ, ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਹੈਗੀ ਹੈ, ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਕਿਤੇ ਮੌਕੇ ਤੇ ਆ ਕੇ ਉਹਨਾਂ ਨੂੰ ਡਿਪਟੀ ਸੀਐਮ ਕਹਿ ਰਿਹਾ, ਉਹ ਡਿਪਟੀ ਸੀਐਮ ਆਪਣੀ ਗੱਲ ਨੂੰ ਬਦਲ ਸਕਦੇ ਨੇ ਕਿਉਂਕਿ ਰਾਜਨੀਤਿਕ ਸੱਤਾ ਹਾਸਲ ਕਰਨ ਦੇ ਲਈ ਇਹ ਪੋਲੀਟੀਕਲ ਪਾਰਟੀਆਂ ਕੋਈ ਵੀ ਹੱਥਕੰਡਾ ਅਪਣਾ ਸਕਦੀਆਂ ਨੇ। ਯਾਨੀ ਸੀਐਮ ਦੀ ਗੱਲ ਕੀਤੀ ਹੈ ਤੁਸੀਂ, ਯਾਨੀ ਭਾਜਪਾ ਸੀਐਮ ਦੇ ਵਿੱਚ ਜਿਹੜੀ ਪਾਰਟੀ ਵੀ ਇਸ ਦੇ ਲਈ ਹਾਮੀ ਭਰੀ ਹੈ, ਕਿਉਂਕਿ ਪਹਿਲ ਕਦਮੀ ਜਿਹੜੀ ਕਰੀ ਹੈ ਉਹ ਭਾਰਤੀ ਜਨਤਾ ਪਾਰਟੀ ਨੇ ਕਰੀ ਹੈ, ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ। ਤੇ ਕਾਂਗਰਸ ਹੋ ਸਕਦਾ ਵੀ ਤੁਸੀਂ ਉਹਦਾ ਸਮਰਥਨ ਕਰੋ। ਅਸੀਂ ਦੇਖੋ, ਜਿਹੜੀ ਸਾਡੇ ਲਈ ਮੁੱਖ ਮੰਤਰੀ ਦੇ ਲਈ ਇਸ ਗੱਲ ਨੂੰ ਤਸਦੀਕ ਕਰ ਰਹੀ ਹੈ ਤਾਂ ਫਿਲਹਾਲ ਤਾਂ ਭਾਰਤੀ ਜਨਤਾ ਪਾਰਟੀ ਹੈ। ਅਗਰ ਕੱਲ੍ਹ ਨੂੰ ਕਾਂਗਰਸ ਆ ਜਾਏ, ਆਮ ਆਦਮੀ ਪਾਰਟੀ ਆ ਜਾਏ ਤੇ ਸ਼੍ਰੋਮਣੀ ਅਕਾਲੀ ਦਲ ਆ ਜਾਏ ਤਾਂ ਉਹਨਾਂ ਵਿੱਚੋਂ ਫਿਰ ਚੂਜ਼ ਕਰਿਆ, ਪਿਕ ਐਂਡ ਚੂਜ਼ ਕੀਤਾ ਜਾਏਗਾ। ਇਹ ਸਨ ਸਰਦਾਰ ਪਰਮਜੀਤ ਸਿੰਘ ਕੈਂਥ ਜੀ, ਜਿਨ੍ਹਾਂ ਨੇ ਬਾਕੀ ਤਾਂ ਗੱਲਾਂ ਸਾਰੀਆਂ ਫਲਸਫੇ 'ਚ ਹੀ ਕੀਤੀਆਂ, ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਮਿਲਿਆ, ਪਰ ਉਹਨੇ ਆਖਰ ਤੇ ਇੱਕ ਬੜੀ ਵਧੀਆ ਗੱਲ ਕਰਤੀ ਕਿ ਜਿਹੜੀ ਪਾਰਟੀ ਮੁੱਖ ਮੰਤਰੀ ਦੀ ਗੱਲ ਕਰੇਗੀ ਸਮਾਜ ਉਸ ਵੱਲ ਜਾ ਸਕਦਾ, ਵਿਚਾਰਾਂ ਹੋ ਰਹੀਆਂ ਨੇ। ਤੇ ਉਸ ਤੋਂ ਬਾਅਦ ਇੱਕ ਉਹਨਾਂ ਨੇ ਇੱਕ ਬੜਾ ਅਸਿੱਧੇ ਤਰੀਕੇ ਤੇ ਇੱਕ ਨਿਰਾਸ਼ਾ ਵੀ ਦਿਖਾਈ ਕਿ ਜਿੰਨੇ ਵੀ ਨੁਮਾਇੰਦੇ ਇਸ ਵਕਤ ਤੋਂ ਚੁਣ ਕੇ ਜਾਂਦੇ ਨੇ ਉੱਤੇ ਉੱਪਰ ਜਾ ਕੇ ਅਹੁਦਾ ਲੈ ਕੇ ਮੁੜ ਸੱਤਾ ਵਿੱਚ ਆਉਣ ਦੀ ਲਾਲਸਾ ਰੱਖ ਕੇ ਪਾਰਟੀ ਦੀ ਭਾਸ਼ਾ ਬੋਲਣ ਲੱਗ ਜਾਂਦੇ ਨੇ, ਆਪਦੇ ਵਰਗ ਦੀਆਂ ਗੱਲਾਂ ਭੁੱਲ ਜਾਂਦੇ ਨੇ। ਪਰ ਇੱਕ ਸਵਾਲ ਇੱਥੇ ਉੱਠਦਾ ਹੈ ਕਿ ਜ਼ਿਆਦਾਤਰ ਜਿਸ ਪਾਰਟੀ ਦੀ ਫਿਰਕਾ ਪ੍ਰਸਤ ਪਾਰਟੀ ਮੰਨਿਆ ਜਾਂਦਾ, ਜਿਹਨੂੰ ਸਾਰਾ ਇੱਕ ਰਹਿ ਉੱਠੀ ਹੋਈ ਹੈ ਨਵੀਂ, ਉਸ ਪਾਰਟੀ ਦੇ ਮਗਰ ਇਹ ਵਰਗ ਜਾਏਗਾ ਜਾਂ ਕਿਸ ਉਮੀਦ ਕਰਕੇ ਜਾਏਗਾ, ਜਾਂ ਸਿਰਫ ਸੀਐਮ ਦੀ ਐਲਾਨ ਕਰਕੇ ਜਾਏਗਾ, ਫਿਰ ਤਾਂ ਇੱਕ ਫਲਸਫਾ ਹੋਰ ਵੀ ਸਾਹਮਣੇ ਆਉਂਦਾ, ਜਿਵੇਂ ਇਹਨਾਂ ਨੇ ਫਲਸਫੇ 'ਚ ਗੱਲ ਕੀਤੀ ਹੈ ਕਿ ਭਾਜਪਾ ਦਾ ਤੀਰ ਇਸ ਵਰਗ ਤੇ ਚੱਲ ਸਕਦਾ ਹੈ, ਤੇ ਜੇ ਉਹ 23 ਸੀਟਾਂ ਤੇ ਲੜਦੀ ਹੈ ਕਿ 117 ਸੀਟਾਂ ਤੇ ਲੜਨਾ ਉਸਨੇ, ਜਿਵੇਂ ਉਸਨੇ ਰਾਮ ਰਹੀਮ ਦਾ ਨੁਕਤਾ ਵਰਤਿਆ,
ਸੀਐਮ ਦਾ ਨੁਕਤਾ ਵਰਤਿਆ, ਉਹ ਕਿਤੇ ਨਾ ਕਿਤੇ ਅਸਰਦਾਰ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਇਹੋ ਜਿਹੇ ਨੁਕਤੇ ਨਾਲ ਸੱਤਾ ਦੇ ਨੇੜੇ ਪਹੁੰਚਦੀ ਹੈ ਜਾਂ ਖੇਤਰੀ ਪਾਰਟੀ ਅਕਾਲੀ ਦਲ ਆਪਣੇ ਪੁਰਾਣੀਆਂ ਦਾਅਵੇਦਾਰੀਆਂ ਦੱਸ ਕੇ ਇਸ ਵਰਗ ਨੂੰ ਨੁਮਾਇੰਦੀਆਂ ਦੇਣ ਦੀਆਂ ਗੱਲਾਂ ਕਰਕੇ ਆਪਦੇ ਆਪ ਨੂੰ ਅੱਗੇ ਕਰਦਾ, ਜਾਂ ਜਿਸ ਨੂੰ ਮਜ਼ਦੂਰ ਵਰਗ ਦੀ, ਦਲਿਤ ਵਰਗ ਦੀ ਸਭ ਤੋਂ ਵੱਡੀ ਹਮਾਇਤ ਪਾਰਟੀ ਮੰਨਿਆ ਜਾ ਰਿਹਾ ਕਾਂਗਰਸ ਪਾਰਟੀ, ਫਿਰ ਇਹਨਾਂ ਨੂੰ ਆਪਦੇ ਪਾਲੇ 'ਚ, ਆਪਦੇ ਬੁੱਕਲ 'ਚ ਬਿਠਾ ਕੇ ਕੋਈ ਨਾ ਕੋਈ ਲਾਲਚ ਹੋਰ ਨਵਾਂ ਦਿਖਾ ਕੇ ਆਪਦੇ ਵੱਲੇ ਵੱਡਾ ਵੋਟ ਭੁਗਤਾਉਂਦੇ ਨੇ। ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਦੇ ਨੇੜੇ ਆ ਕੇ ਕੁਝ ਫੈਸਲੇ ਸਾਹਮਣੇ ਆਉਣਗੇ। ਇਹੋ ਜਿਹੇ ਮਸਲਿਆਂ 'ਤੇ ਲਗਾਤਾਰ ਚਰਚਾ ਹੁੰਦੀ ਰਹੇਗੀ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।